काइंड रिगार्ड्स संयुक्त किसान मोर्चा नॉन पोलिटिकल, ਇਹਦਾ ਮਤਲਬ ਕੀ ਹੈ? ਇਹ ਨਾਨ ਪੋਲੀਟੀਕਲ ਅੱਜਕੱਲ ਡੱਲੇਵਾਲ ਸਾਹਿਬ ਇੱਕ ਸ਼ੋਸ਼ਾ ਛੱਡ ਰਹੇ ਨੇ। ਸਾਡੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਟੇਟਮੈਂਟ ਨਹੀਂ ਹੈ। ਕੋਆਰਡੀਨੇਸ਼ਨ ਕਮੇਟੀ ਚੋਂ ਮਿਸਟਰ ਡੱਲੇਵਾਲ ਨੂੰ ਤੁਸੀਂ ਕੱਢਤਾ, ਰਾਜੇਵਾਲ ਹਰਾਂ ਨੂੰ ਤੁਸੀਂ ਬੈਸਟ ਆਫ ਲੱਕ ਕਿਹਾ ਸੀਗਾ, ਨਾਲ ਤੁਸੀਂ ਇਹ ਵੀ ਕਿਹਾ ਸੀਗਾ ਕਿ ਜ਼ਮਾਨਤਾਂ ਜ਼ਬਤ ਹੋਣਗੀਆਂ, ਤੁਸੀਂ ਉਦੋਂ ਮੁਸਕਰਾਏ ਵੀ ਸੀਗੇ, ਮੈਨੂੰ ਅੱਜ ਤੱਕ ਉਹ ਯਾਦ ਹੈ। ਹੁਣ ਰਾਜੇਵਾਲ ਸਾਹਿਬ ਮੁਸਕਰਾ ਰਹੇ ਜਾਂ ਤੁਸੀਂ ਮੁਸਕਰਾ ਰਹੇ ਹੋ? ਕਿ ਰਾਜੇਵਾਲ ਸਾਹਿਬ ਅਗਰ ਅੱਜ ਵੀ ਐਸਐਸਐਮ ਨੂੰ ਛੱਡ ਕੇ ਕਿਸਾਨ ਅੰਦੋਲਨ ਚ ਕਿਸਾਨ ਜਥੇਬੰਦੀ ਦੀ ਅਗਵਾਈ ਕਰਦੇ ਨੇ, ਰਾਜੇਵਾਲ ਸਾਹਿਬ ਵੈਲਕਮ ਨੇ। ਤੁਸੀਂ ਇਨਵਾਈਟ ਕਰ ਰਹੇ ਹੋ ਦੁਬਾਰਾ? ਫਿਰ ਮੈਂ ਅਪੀਲ ਕਰ ਰਿਹਾ। ਤੁਹਾਡੇ ਬਹੁਤੇ ਲੀਡਰਾਂ ਨੇ ਆਪ ਹੀ ਕਿਹਾ ਕਿ ਅੰਦੋਲਨ ਵੇਚਣ ਵਾਲੇ ਲੋਕ ਹੈਗੇ ਸੀਗੇ। ਅੰਦੋਲਨ ਕਿਸੇ ਨੇ ਵੇਚਿਆ ਸੀਗਾ? ਤੁਸੀਂ ਤਾਂ ਕਿਹਾ ਜਿੱਤਿਆ ਸੀ। ਤੁਹਾਡੇ ਕੁਝ ਲੀਡਰਾਂ ਨੇ ਸਵਾਲ ਚੁੱਕੇ ਸੀਗੇ ਕਿ ਇੰਨਾ ਪੈਸਾ ਇਕੱਠਾ ਹੋਇਆ ਸੀ, ਕਿੱਥੇ ਗਿਆ? ਡਾਕਟਰ ਦਰਸ਼ਨਪਾਲ, ਇਹ ਸਵਾਲ ਤੁਹਾਨੂੰ ਚੁਭੂਗਾ ਵੀ, ਇਹ ਕਿਉਂ ਪੁੱਛਿਆ ਜਾ ਰਿਹਾ? ਮੈਂ ਕੇਪੀ ਜੀ ਤੁਹਾਨੂੰ ਇਹ ਗੱਲ ਬੜੀ ਕਲੀਅਰ ਕਰਦਾ ਤੁਹਾਡੇ ਰਾਹੀਂ ਸਰੋਤਿਆਂ ਨੂੰ। ਜਿਹੜੇ ਲੋਕ ਇਹ ਕਹਿੰਦੇ ਸੀ ਜਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ ਜਾਂ ਘਰ ਵਾਪਸੀ ਜਾਂ ਕਾਨੂੰਨ ਵਾਪਸੀ, ਜਿਹੜੇ ਲੋਕ ਲਗਾਤਾਰ ਜੇਲ੍ਹਾਂ ਜਾਣ ਲਈ ਤਿਆਰ ਸੀ, ਕੀ ਉਹ ਪੈਸਿਆਂ ਪਿੱਛੇ ਬੇਈਮਾਨੀ ਕਰਨਗੇ? ਪੰਜਾਬ ਸਰਕਾਰ ਨੇ ਵਿਰੋਧ ਕੀਤਾ ਕਿ ਪੰਜਾਬ ਨੂੰ ਨੁਮਾਇੰਦਗੀ ਨਹੀਂ ਮਿਲੇਗੀ। ਅਗਰ ਏਜੰਡਾ ਹੀ ਨਹੀਂ ਹੈ ਕੋਈ ਠੀਕ ਤੁਹਾਡਾ ਉੱਤੇ ਗੱਲ ਕਰਨ ਲਈ, ਤਾਂ ਤੁਸੀਂ ਜਾ ਕੇ ਉੱਥੇ ਕੀ ਕਰੋਗੇ? ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਹਮੇਸ਼ਾ ਇਕੱਠਾ ਤੋਂ ਤੁਰਿਆ ਆ ਰਿਹਾ, ਹੁਣ ਫਿਰ ਤੁਸੀਂ ਅਗਨੀਪਥ ਤੇ ਅਗਨੀਵੀਰ ਦੇ ਵਿਚਾਲੇ ਆਪਣੇ ਆਪ ਨੂੰ ਖੜਾ ਕਰ ਰਹੇ ਹੋ, ਤੁਸੀਂ ਉਧਰ ਕਿਉਂ ਜਾ ਰਹੇ ਹੋ? ਅਗਨੀਪਥ ਤੇ ਅਗਨੀਵੀਰ ਨੇ ਜਿਹੜੇ, ਇਹਦਾ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਹੈ ਉਹ ਸਾਡੇ ਉਹਨਾਂ ਇਲਾਕਿਆਂ ਤੇ ਹੋ ਰਿਹਾ ਜਿਹੜੇ ਇਲਾਕਿਆਂ ਦੇ ਵਿੱਚ ਕਿਸਾਨ ਅੰਦੋਲਨ ਮਜ਼ਬੂਤ ਸੀ। ਦੁਬਾਰਾ ਤੁਸੀਂ ਮੋਰਚਾ ਲਗਾ ਸਕਦੇ ਹੋ ਡਾਕਟਰ ਦਰਸ਼ਨਪਾਲ, ਜੇ ਸਰਕਾਰ ਨੇ ਤੁਹਾਡੀ ਮੰਗ ਨਾ ਮੰਨੀ ਤਾਂ? ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ। ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸੰਯੁਕਤ ਕਿਸਾਨ ਮੋਰਚਾ ਹੁਣ ਫਿਰ ਹਰਕਤ ਵਿੱਚ ਹੈ, ਹੁਣ ਫਿਰ ਐਕਸ਼ਨ ਵਿੱਚ ਹੈ। ਉਹਦੀ ਵਜ੍ਹਾ ਹੈ ਕੀ ਹੈ? ਐਮਐਸਪੀ ਦੀ ਕਮੇਟੀ। ਸਰਕਾਰ ਨੇ ਕਮੇਟੀ ਦਾ ਗਠਨ ਕੀਤਾ ਤੇ 26 ਬਨਾਮ 3 ਕਿਹਾ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ। ਕਿਉਂ ਕਹਿ ਰਿਹਾ ਹੈ? ਕਿ ਦੁਬਾਰਾ ਮੋਰਚਾ ਲੱਗੇਗਾ, ਕਿ ਕੇਂਦਰ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਹੋਰ ਤੇਜ਼ ਹੋ ਜਾਣਗੇ, ਕਿ ਸੰਯੁਕਤ ਕਿਸਾਨ ਮੋਰਚਾ ਟੁੱਟ ਚੁੱਕਿਆ ਹੈ, ਵਾਪਸ ਜੁੜੂਗਾ। ਇਹ ਬਹੁਤ ਸਾਰੇ ਸਵਾਲ ਹੈ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਹੋਰ ਪ੍ਰੋਟੈਸਟ ਵੱਲ ਕਿਉਂ ਤੁਰ ਪਿਆ, ਅਗਨੀਵੀਰ ਅਗਨੀਪਥ ਵੱਲ ਕਿਉਂ ਤੁਰ ਪਿਆ, ਇਹ ਸਵਾਲ ਵੀ ਹੋਣੇ ਲਾਜ਼ਮੀ ਹੈ। ਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਤੇ ਬਹੁਤ ਹੀ ਸੀਨੀਅਰ ਆਗੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ, ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਹੀ ਸੀਨੀਅਰ ਆਗੂ ਨੇ ਡਾਕਟਰ ਦਰਸ਼ਨਪਾਲ, ਜਿਨ੍ਹਾਂ ਨੇ ਮੋਰਚੇ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਪੇਸ਼ੇ ਤੋਂ ਡਾਕਟਰ ਨੇ ਤੇ ਕਿਸਾਨਾਂ ਦੀ ਲੜਾਈ ਲੜਦੇ ਪਏ ਹੈ। ਡਾਕਟਰ ਦਰਸ਼ਨਪਾਲ, ਤੁਹਾਡਾ ਬਹੁਤ ਸਵਾਗਤ ਹੈ ਸਰ। ਥੈਂਕ ਯੂ ਜੀ, ਸ਼ੁਕਰੀਆ। ਡਾਕਟਰ ਦਰਸ਼ਨਪਾਲ, ਹੁਣ ਤੁਸੀਂ ਦੁਬਾਰਾ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ, ਦੁਬਾਰਾ ਤੁਸੀਂ ਆਪਣੇ ਪ੍ਰੋਗਰਾਮ ਐਲਾਨ ਕਰਨੇ ਸ਼ੁਰੂ ਕਰਤੇ ਆ। ਐਮਐਸਪੀ ਤੇ ਜਿਹੜੀ ਕਮੇਟੀ ਬਣ ਰਹੀ ਸੀ, ਤੁਹਾਨੂੰ ਸੱਦਾ ਦਿੱਤਾ ਗਿਆ ਸੀਗਾ ਕਿ ਤੁਸੀਂ ਆਪਦੇ ਮੈਂਬਰ ਭੇਜੋ, ਨਾ ਤੁਸੀਂ ਮੈਂਬਰ ਭੇਜੇ। ਜਦੋਂ ਹੁਣ ਕਮੇਟੀ ਬਣਾਤੀ, ਹੁਣ ਤੁਸੀਂ ਵਿਰੋਧ ਕਰ ਰਹੇ ਹੋ। ਕੇਪੀ ਜੀ, ਇੱਕ ਮੈਂ ਤੁਹਾਨੂੰ ਗੱਲ ਦੱਸਾਂ ਕਿ ਦੁਬਾਰਾ ਪ੍ਰੋਟੈਸਟ ਨਹੀਂ, ਅਸੀਂ ਜਦੋਂ ਤੋਂ ਦਿੱਲੀ ਦੀਆਂ ਬਰੂਹਾਂ ਤੋਂ ਉੱਠ ਕੇ ਆਏ ਆ, ਉਹਦੇ ਤੋਂ ਬਾਅਦ ਤੁਸੀਂ ਯਾਦ ਕਰੋ ਕਿ ਇੱਕ ਵਾਰ ਮੋਦੀ ਜੀ ਨੇ ਆਉਣਾ ਸੀ। ਤੁਹਾਨੂੰ ਯਾਦ ਹੋਊਗਾ ਕਿ ਮੋਦੀ ਜੀ ਫਿਰੋਜ਼ਪੁਰ ਜਾਣ ਤੋਂ ਪਹਿਲਾਂ ਵਾਪਸ ਮੁੜ ਕੇ ਗਏ ਸੀ। ਉਸ ਦਿਨ ਅਸੀਂ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਜਿਹੜਾ ਸਾਡੇ ਨਾਲ ਬੇਇਨਸਾਫੀ ਕੀਤੀ ਹੈ, ਜਾਂ ਕਹਿ ਲਓ ਕਿ ਸਾਡੇ ਨਾਲ ਇੱਕ ਤਰ੍ਹਾਂ ਦਾ ਸਾਡੇ ਨਾਲ ਮੰਗਾਂ ਨੂੰ ਕਹਿ ਕੇ ਵੀ ਮੰਨਾਂਗੇ, ਕੇਸ ਨਹੀਂ ਸੀ ਵਾਪਸ ਲਏ, ਉਦੋਂ ਵੀ ਅੰਦੋਲਨ ਕੀਤਾ ਸੀ। ਉਸ ਤੋਂ ਬਾਅਦ ਵੀ ਅੰਦੋਲਨ ਦੇ ਸੱਦੇ ਸੰਯੁਕਤ ਕਿਸਾਨ ਮੋਰਚਾ ਦਿੰਦਾ ਰਿਹਾ। ਲੇਕਿਨ ਹੁਣ ਕਿਉਂਕਿ ਐਮਐਸਪੀ ਦੀ ਕਮੇਟੀ ਇਹਨਾਂ ਨੇ ਅਨਾਉਂਸ ਕੀਤੀ ਹੈ, ਮੈਂ ਬੈਕਗਰਾਉਂਡ ਤੁਹਾਨੂੰ ਦੱਸਦਾ ਕਿ 19 ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਤਲਬ ਕਿ 3 ਕਾਨੂੰਨ ਵਾਪਸ ਲੈਣ ਦਾ ਅਨਾਉਂਸਮੈਂਟ ਕੀਤੀ ਹੈ, ਉਹਨਾਂ ਦੇ ਭਾਸ਼ਣ ਵਿੱਚ ਹੀ ਇਹ ਗੱਲ ਛੁਪੀ ਹੋਈ ਸੀ। ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਜ਼ੀਰੋ ਬਜਟ ਖੇਤੀ, ਡਾਈਵਰਸੀਫਿਕੇਸ਼ਨ ਤੇ ਐਮਐਸਪੀ ਦੇ ਮੁੱਦੇ ਬਾਰੇ ਵੀ ਵਿਚਾਰ ਚਰਚਾ ਕਰਾਂਗੇ ਤੇ ਕੁਝ ਫੈਸਲੇ ਕਰਾਂਗੇ। ਜਦੋਂ 19 ਨਵੰਬਰ ਨੂੰ 3 ਕਾਨੂੰਨ ਵਾਪਸ ਲੈ ਲਏ, ਨਾਲ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਬੜੇ ਆਪਣੀ ਇਸ ਗੱਲ 'ਚ ਨਲਾਇਕੀ ਸਮਝਦੇ ਹਾਂ ਕਿ ਅਸੀਂ ਕਿਸਾਨਾਂ ਨੂੰ ਇਹ 3 ਕਾਨੂੰਨਾਂ ਦੇ ਚੰਗੇ ਪੱਖ ਨਹੀਂ ਸਮਝਾ ਸਕੇ। ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਸਰਕਾਰ ਉਦੋਂ ਵੀ ਜਦੋਂ ਬਣਾਏ ਸੀ, ਉਦੋਂ ਵੀ 19 ਤਰੀਕ ਨੂੰ ਵੀ ਤੇ ਅੱਜ ਵੀ, ਸਰਕਾਰ ਤੇ ਸਰਕਾਰ ਦੇ ਚਲਾਉਣ ਵਾਲੇ ਪੋਲੀਟੀਕਲ ਨੁਮਾਇੰਦੇ ਤੇ ਉਹਨਾਂ ਦੇ ਬਿਊਰੋਕਰੇਟਸ ਨੇ ਜਿਹੜੇ, ਉਹ ਅੱਜ ਵੀ ਕਹਿੰਦੇ ਨੇ ਕਿ ਉਹ 3 ਕਾਨੂੰਨ ਠੀਕ ਸੀ।
ਇਸ ਲਈ ਉਹਨਾਂ ਦੀ ਹਰ ਕੋਸ਼ਿਸ਼ ਹੈ ਕਿ ਉਹ 3 ਕਾਨੂੰਨਾਂ ਤੇ ਆਧਾਰਿਤ ਜੋ ਵੀ ਪਾਲਿਸੀਜ਼ ਐਗਰੀਕਲਚਰ ਦੇ ਵਿੱਚ ਬਣਨੀਆਂ ਸੀ ਉਹਨਾਂ ਨੂੰ ਕਿਵੇਂ ਮੁੜ ਕੇ ਸਾਡੇ ਦੇਸ਼ ਦੇ ਵਿੱਚ ਲਿਆਂਦਾ ਜਾਵੇ ਤੇ ਲਾਗੂ ਕੀਤਾ ਜਾਵੇ। ਹੁਣ ਜਦੋਂ ਅਸੀਂ 10 ਦਸੰਬਰ ਨੂੰ ਉਹਨਾਂ ਵੱਲੋਂ ਜਿਹੜੀ ਚਿੱਠੀ ਆਈ ਹੈ, ਚਿੱਠੀ ਦੇ ਵਿੱਚ ਅਸੀਂ ਇਹ ਮੰਨ ਕੇ ਆ ਗਏ ਵੀ ਠੀਕ ਹੈ MSP ਤੇ ਕਮੇਟੀ ਬਣੂਗੀ, ਲੇਕਿਨ ਉਹਦੇ 'ਚ ਬੜਾ ਕਲੀਅਰ ਸੀ ਕਿ MSP ਕਿਸਾਨਾਂ ਨੂੰ ਮਿਲੇ ਵੱਧ ਇਫੈਕਟਿਵ ਕਿਵੇਂ ਹੋਵੇ, ਜਾਂ ਉਸ ਚਿੱਠੀ ਦੇ ਵਿੱਚ ਇਹ ਸੀ। ਅਸੀਂ ਲਗਾਤਾਰ 12 ਦੌਰ ਦੀ ਗੱਲਬਾਤ ਦੇ ਵਿੱਚ, ਉਸ ਤੋਂ ਪਹਿਲਾਂ ਵੀ ਜਦੋਂ ਅਸੀਂ ਅਧਿਕਾਰੀਆਂ ਨੂੰ ਮਿਲਦੇ ਰਹੇ ਹਾਂ, ਸਾਡਾ ਹਮੇਸ਼ਾ ਇਹ ਮੰਗ ਸੀ ਕਿ ਅਸੀਂ ਉਦੋਂ ਤੱਕ MSP ਦੀ ਗਰੰਟੀ ਕਿਸਾਨਾਂ ਨੂੰ ਨਹੀਂ ਹੋ ਸਕਦੀ, ਉਹਨਾਂ ਦੀ ਜਿਣਸ ਦੀ ਬਿਕਵਾਲੀ ਦੀ ਵੀ ਗਰੰਟੀ ਨਹੀਂ ਹੋ ਸਕਦੀ ਜਦੋਂ ਤੱਕ ਵਪਾਰੀ ਨੂੰ ਜਾਂ ਏਜੰਸੀ ਨੂੰ ਕਿਸੇ ਕਾਨੂੰਨ ਦਾ ਡਰ ਨਹੀਂ ਹੈ। ਇਸ ਕਰਕੇ ਸਾਨੂੰ ਲੀਗਲ ਗਰੰਟੀ ਕਰਨ ਵਾਲਾ ਇੱਕ ਕਾਨੂੰਨ ਚਾਹੀਦਾ ਹੈ। ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹੁਣ ਜੋ MSP ਦੀ ਕਮੇਟੀ ਆਈ ਹੈ ਉਹਦੇ ਨਾਲ ਸਾਡੇ ਡਿਫਰੈਂਸਸ ਨੇ, ਉਹਦੇ ਤੇ ਮੈਂ ਅੱਗੇ ਗੱਲ ਰੱਖੂਗਾ। ਨਹੀਂ, ਡਿਫਰੈਂਸਸ ਤੁਹਾਡੇ ਹੈਗੇ ਆ, ਤੁਹਾਡੇ ਤੇ ਸਵਾਲ ਇਹ ਵੀ ਹੈਗਾ ਜਿੰਨੀਆਂ ਪੰਜਾਬ ਦੀਆਂ 32 ਜਥੇਬੰਦੀਆਂ ਸੀਗੀਆਂ ਉਹਨਾਂ ਦੇ ਡਿਫਰੈਂਸਸ MSP ਤੇ ਪਹਿਲਾਂ ਤੋਂ ਰਹੇ ਆ ਕਿ MSP ਦਾ ਕੋਈ ਲੀਗਲ ਨਹੀਂ ਬਣਨਾ ਚਾਹੀਦਾ ਹੈਗਾ, ਉਸ ਡਿਫਰੈਂਸਸ ਨੂੰ ਕਿਵੇਂ ਦੂਰ ਕਰੋਗੇ ਡਾਕਟਰ ਦਰਸ਼ਨਪਾਲ? ਨਹੀਂ, ਬਿਲਕੁਲ ਨਹੀਂ। ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਇਸ ਗੱਲ ਤੇ। ਪੰਜਾਬ ਦੀਆਂ ਜਥੇਬੰਦੀਆਂ 'ਚ ਇੱਕ ਅੱਧੀ ਜਥੇਬੰਦੀ ਦੇ ਵਿੱਚ ਇਹ ਜ਼ਰੂਰ ਅੰਡਰਸਟੈਂਡਿੰਗ ਸੀ ਕਿ ਅਗਰ MSP ਸਾਰੇ ਦੇਸ਼ ਦੇ ਵਿੱਚ ਲਾਗੂ ਹੋ ਜਾਂਦੀ ਹੈ ਤਾਂ ਸ਼ਾਇਦ ਪੰਜਾਬ ਦੇ ਕਿਸਾਨਾਂ ਨੂੰ MSP ਤੇ ਆਪਣੀ ਕਣਕ ਤੇ ਝੋਨਾ ਵੇਚਣ ਦੇ ਵਾਸਤੇ ਉਹਦਾ ਜਿਹੜਾ ਟੋਟਲ ਸਟਾਕ ਹੈ ਜਿਹੜਾ ਉਹ ਘੱਟ ਕਰਨਾ ਪਵੇ। ਇਹ ਇੱਕ ਜਥੇਬੰਦੀ ਨੇ ਗੱਲ ਕੀਤੀ ਸੀ, ਸਾਰਿਆਂ ਨੇ ਨਹੀਂ ਕੀਤੀ, ਲੇਕਿਨ ਉਹਨਾਂ ਨਾਲ ਵੀ ਡਿਸਕਸ਼ਨ 'ਚ ਅਸੀਂ ਇਹ ਗੱਲ ਤੇ ਆ ਗਏ ਸੀ ਕਿ ਅਗਰ ਲੀਗਲ ਗਰੰਟੀ ਬਣਦੀ ਹੈ ਤਾਂ ਉਹਦੇ 'ਚ ਲੀਗਲ ਗਰੰਟੀ ਇਹ ਵੀ ਹੋਣੀ ਚਾਹੀਦੀ ਹੈ ਕਿ ਅੱਜ ਤੋਂ 3 ਸਾਲਾਂ ਦੇ ਵਿੱਚ ਜੋ ਵੀ ਮੈਕਸਿਮਮ ਪਰਚੇਜ਼ ਕਿਸੇ ਫਸਲ ਦੀ ਹੋਈ ਹੈ ਉਹਦੇ ਤੋਂ ਘੱਟ ਪਰਚੇਜ਼ ਨਹੀਂ ਕੀਤੀ ਜਾਊਗੀ। ਸੋ ਇਸ ਕਰਕੇ ਇਹ ਉਹ ਗੱਲ ਤੇ ਵੀ ਅਸੀਂ ਆਪਣਾ ਮਸਲਾ ਰਿਜ਼ੋਲਵ ਕਰ ਲਿਆ ਸੀ, ਲੇਕਿਨ ਇੱਕ ਵੀ ਜਥੇਬੰਦੀ ਦੇਸ਼ 'ਚ ਨਹੀਂ ਹੈ ਜਿਹੜੀ ਲੀਗਲ ਗਰੰਟੀ ਤੋਂ ਬਗੈਰ MSP ਦੀ ਇੰਪਲੀਮੈਂਟੇਸ਼ਨ ਜਾਂ ਉਸ ਦੀ ਖਰੀਦੀ ਨੂੰ ਮੁਕੰਮਲ ਕਰਨ ਲਈ ਕੋਈ ਜਥੇਬੰਦੀ ਦਾ ਵਿਰੋਧ ਹੋਵੇ। ਡਾਕਟਰ ਦਰਸ਼ਨਪਾਲ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ 3 ਸਾਲ ਵਾਲੀ ਮਿਨੀਮਮ ਜਿਹੜੀ ਐਵਰੇਜ ਦੀ ਗੱਲ ਤੁਸੀਂ ਕਰ ਰਹੇ ਹੋ, ਡਾਕਟਰ ਦਰਸ਼ਨਪਾਲ, ਕੀ ਉਹਦੇ ਤੇ ਸਾਰੀਆਂ ਧਿਰਾਂ ਸਹਿਮਤ ਹੈ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸੀਗੀਆਂ, ਜਿਹੜੀਆਂ 450-500 ਜਥੇਬੰਦੀਆਂ ਦੀ ਨੁਮਾਇੰਦਗੀ 40 ਜਥੇਬੰਦੀਆਂ ਜਾਂ 40 ਨੁਮਾਇੰਦੇ ਕਰਦੇ ਪਏ ਸੀ, ਉਹ ਸਾਰੇ ਸਹਿਮਤ ਹੈ? ਸਾਰੇ ਕਰੈਕਟ। ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਕਿਤੇ ਇਸ਼ੂ ਕਿਤੇ ਉਹ ਨਾ ਹੋ ਜੇ, ਉਹ ਇਹ ਸੀ ਕਿ ਜਿਸ ਕਿਸੇ ਨੂੰ ਇਹ ਲੱਗਦਾ ਵੀ MSP ਹੋਣ ਦੇ ਨਾਲ ਸਾਡੀ ਖਰੀਦ ਦੀ ਜਿਹੜੀ ਟੋਟਲ ਅਮਾਉਂਟ ਹੈ ਉਹ ਨਾ ਕਿਤੇ ਘਟ ਜੇ, ਉਹਦੇ 'ਚ ਇਹ ਸੀ ਕਿ ਪਿਛਲੇ 3 ਸਾਲਾਂ ਦੇ ਵਿੱਚ ਜਿਸ ਸਾਲ ਮੈਕਸਿਮਮ ਪਰਚੇਜ਼, ਮੰਨ ਲਓ ਪੰਜਾਬ ਦੇ ਵਿੱਚ ਜਿੰਨੀ ਪਰਚੇਜ਼ ਹੋਈ ਹੈ ਪਿਛਲੇ 2019 ਚ ਜਾਂ 2020 ਚ ਜਾਂ 2021 ਚ ਜਿਹੜੀ ਮੈਕਸਿਮਮ ਹੋਈ ਹੈ ਉਸ ਮੈਕਸਿਮਮ ਤੋਂ ਨਹੀਂ ਘਟੂਗੀ, ਕਿਉਂਕਿ ਉਹਦੇ ਤੋਂ ਵੱਧ ਪ੍ਰੋਡਕਸ਼ਨ ਹੈ ਜਿਹੜੀ ਆਉਣ ਵਾਲੇ ਸਮੇਂ 'ਚ ਨਹੀਂ ਲੱਗਦਾ ਸਾਨੂੰ ਕਿ ਹੋਊਗੀ, ਇਸ ਲਈ ਉਹ ਤੋਂ ਨਹੀਂ ਘਟੂਗੀ। ਇਸ ਚੀਜ਼ ਦੀ ਅਸੀਂ ਗਰੰਟੀ ਲੈਣਾ ਚਾਹੁੰਦੇ ਸੀ। ਦੂਸਰਾ ਹੈ MSP ਬਾਰੇ। MSP ਦੇ ਬਾਰੇ ਹੈ ਕਿ MSP ਦੀ ਜੋ ਕੈਲਕੂਲੇਸ਼ਨ ਹੈ ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਾਰੀਆਂ ਜਿਨਸਾਂ ਤੇ ਉੱਤੇ ਉਹਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਹੈ, ਉਹਦੇ ਤੇ ਤਾਂ ਕਿਸੇ ਦਾ ਕੋਈ ਡਿਫਰੈਂਸ ਨਹੀਂ ਹੈ। ਤੁਸੀਂ ਇਹ ਬੜੀ ਇੰਪੋਰਟੈਂਟ ਗੱਲ ਦੱਸੀ ਹੈ ਕਿ 3 ਸਾਲ ਦੇ ਵਿੱਚ ਜਿਹੜਾ ਬੈਸਟ ਹੈਗਾ ਉਸ ਬੈਸਟ ਤੇ ਸਾਰਾ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ। ਮੇਰਾ ਸਵਾਲ ਹੈ ਡਾਕਟਰ ਦਰਸ਼ਨਪਾਲ, ਕੀ ਤੁਸੀਂ ਇਹ ਕਮੇਟੀ ਦੇ ਵਿੱਚ ਸ਼ਾਮਲ ਹੋ ਕੇ ਨਹੀਂ ਕਹਿ ਸਕਦੇ? ਤੁਸੀਂ 26 ਬਨਾਮ 3 ਕਿਉਂ ਕਹਿ ਰਹੇ ਹੋ? KP ਜੀ ਦੇਖੋ, ਮੈਂ ਫੇਰ ਉਸੇ ਗੱਲ ਲੈ ਕੇ ਜਾਣਾ। 19 ਨੂੰ ਜੋ 19 ਨਵੰਬਰ ਨੂੰ ਜਦੋਂ ਕੀਤਾ ਸੀ, ਮੈਂ ਫੇਰ ਕਹਿੰਦਾ ਕਿ ਉਦੋਂ ਹਿਡਨ ਰੂਪ 'ਚ ਸੀ। ਹਿਡਨ ਇਹ ਸੀ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਚੀਜ਼ਾਂ ਨੂੰ ਅਸੀਂ ਕਾਨੂੰਨਾਂ ਨੂੰ ਜਾਂ ਉਹਨਾਂ ਦੇ ਕਾਨੂੰਨਾਂ ਦੀ ਸਪਿਰਿਟ ਹੈ ਜਿਹੜੀ ਉਹਨੂੰ ਇੰਟਰੋਡਿਊਸ ਕਰਨਾ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਵੀ ਹੋਰ ਤਰੀਕਾ ਸੰਭਵ ਨਹੀਂ ਹੈ MSP ਤੇ ਖਰੀਦ ਦੀ ਗਰੰਟੀ ਕਰਨ ਦਾ, ਆਲਰੇਡੀ CACP ਬਣਿਆ ਹੋਇਆ, 23 ਫਸਲਾਂ ਤੇ ਅਨਾਉਂਸਮੈਂਟ ਹੁੰਦੀ ਹੈ। ਮੈਂ ਬਚਪਨ ਤੋਂ ਦੇਖ ਰਿਹਾ ਕਿ MSP ਦੀ ਅਨਾਉਂਸਮੈਂਟ ਹੁੰਦੀ ਹੈ, ਲੇਕਿਨ MSP ਦੀ ਅਨਾਉਂਸਮੈਂਟ ਤੋਂ ਹੁਣ ਚੀਜ਼ਾਂ ਨਹੀਂ ਵਿਕਦੀਆਂ। ਸਰਕਾਰ ਨੂੰ ਵੀ ਪਤਾ ਹੈ, ਵਪਾਰੀਆਂ ਨੂੰ ਵੀ ਪਤਾ ਹੈ, ਕਿਸਾਨਾਂ ਨੂੰ ਵੀ ਪਤਾ ਹੈ। ਅਸੀਂ ਜਦੋਂ 2017 ਦੇ ਵਿੱਚ ਮੰਦਸੌਰ 'ਚ ਗੋਲੀकांड ਹੋਇਆ, 6 ਕਿਸਾਨ ਸ਼ਹੀਦ ਹੋਏ ਨੇ, ਉਸ ਤੋਂ ਬਾਅਦ ਇੰਡੀਆ ਦੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਤੈਅ ਕਰ ਲਿਆ ਸੀ ਔਰ ਅਸੀਂ ਕਾਨੂੰਨ ਇੱਕ ਬਿੱਲ ਡਰਾਫਟ ਕਰਕੇ ਦਿੱਤਾ ਸੀ MSP ਤੇ।
ਉਸ ਬਿੱਲ ਨੂੰ ਡਰਾਫਟ ਕਰਨ ਤੋਂ ਬਾਅਦ ਲੋਕ ਸਭਾ ਰਾਜ ਸਭਾ ਦੇ ਵਿੱਚੋਂ ਪਲੇਸ ਕੀਤਾ ਸੀ, ਲੇਕਿਨ ਡਿਸਕਸ਼ਨ ਕਰਨ ਲਈ ਬੀਜੇਪੀ 1 ਜਿਹੜੀ ਸਰਕਾਰ ਹੈ ਉਹਨੇ ਨਹੀਂ ਕੀਤਾ। ਔਰ ਅਸੀਂ ਅੱਜ ਵੀ ਗਰੰਟੀ ਕਰਦੇ ਹਾਂ ਕਿ ਉਹ ਕਾਨੂੰਨ ਅਗਰ ਬਣ ਜੇ ਤਾਂ ਦੇਸ਼ ਦੇ ਕਿਸਾਨ ਨੂੰ ਐਮਐਸਪੀ ਦੀ ਗਰੰਟੀ ਤੇ ਉਹਦੀ ਖਰੀਦ ਦੀ ਗਰੰਟੀ ਹੈ ਜਿਹੜੀ ਉਹ ਜ਼ਰੂਰ ਹੋਊਗੀ। ਜੋ ਇਸ ਕਮੇਟੀ ਜਿਹੜੀ ਬਣੀ ਹੈ ਕੇਪੀ ਜੀ, ਇਸ ਕਮੇਟੀ ਦੇ ਵਿੱਚ ਜੋ ਐਮਐਸਪੀ ਦੇ ਟਰਮਸ ਆਫ ਰੈਫਰੈਂਸ ਨੇ ਉਹਨਾਂ ਵਿੱਚ ਇੱਕ ਸ਼ਬਦ ਵੀ ਨਹੀਂ ਹੈ। ਹਾਲਾਂਕਿ ਖੇਤੀ ਮੰਤਰੀ ਨੇ ਵੀ ਪਾਰਲੀਮੈਂਟ 'ਚ ਜਵਾਬ ਦਿੱਤਾ ਵੀ ਅਸੀਂ ਲੀਗਲ ਗਰੰਟੀ ਕਰਦੇ ਨਹੀਂ, ਨਾ ਅਸੀਂ ਕਿਹਾ ਓਕੇ, ਲੇਕਿਨ ਅਸੀਂ ਆਲਵੇਜ਼ ਇਹੀ ਕਿਹਾ ਅਸੀਂ ਉਹਦੇ ਤੋਂ ਬਗੈਰ ਅਗਰ ਕਿਸੇ ਗੱਲ ਵੱਜ ਜਾਂਦੇ ਆ ਤਾਂ ਸਾਡੀ ਇੱਕ ਤਰ੍ਹਾਂ ਦਾ ਮਖੌਲ ਹੀ ਨਹੀਂ ਉੱਡਣਾ, ਅਸੀਂ ਡਿਫੀਟ ਹੋ ਜਾਵਾਂਗੇ। ਐਮਐਸਪੀ ਦੀ ਲੀਗਲ ਗਰੰਟੀ ਤੋਂ ਬਗੈਰ ਸਾਡੇ ਕਿਸਾਨਾਂ ਨੂੰ ਕੋਈ ਕਰਜ਼ੇ ਚੋਂ ਨਹੀਂ ਕਢਾ ਸਕਦਾ, ਉਹਨਾਂ ਨੂੰ ਠੀਕ ਰੇਟ ਨਹੀਂ ਦਵਾ ਸਕਦਾ। ਠੀਕ ਹੈ, ਐਮਐਸਪੀ ਦੀ ਲੀਗਲ ਗਰੰਟੀ ਦੀ ਮੰਗ ਕਰ ਰਹੇ। ਇੱਕ ਛੋਟਾ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ। ਡਾਕਟਰ ਦਰਸ਼ਨਪਾਲ ਹਰਾ ਤੋਂ ਹੋਰ ਵੀ ਸਵਾਲ ਜਵਾਬ ਹੋਣਗੇ। ਇਹ ਇਸ਼ੂ ਅਸੀਂ ਕਲੀਅਰ ਕਰਕੇ ਤੁਹਾਡੇ ਅੱਗੇ ਰੱਖਣਾ ਕਿ ਸਾਨੂੰ ਸਮਝ ਆ ਸਕੇ ਸਪਸ਼ਟ ਰੂਪ ਵਿੱਚ ਇਹਨਾਂ ਦੀ ਮੰਗਾਂ ਹੈ ਕੀ ਹੈ ਤੇ ਇਹਨਾਂ ਦਾ ਇਤਰਾਜ਼ ਹੈ ਜਿਹੜਾ ਉਹ ਜਾਇਜ਼ ਕਿੰਨਾ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਦਰਸ਼ਨਪਾਲ, ਮੇਰੇ ਕੋਲ ਕੁਝ ਨਾਮ ਹੈਗੇ ਆ, ਗੁਣਵੰਤ ਪਾਟਿਲ, ਕ੍ਰਿਸ਼ਨਵੀਰ ਚੌਧਰੀ, ਪ੍ਰਮੋਦ ਚੌਧਰੀ, ਗੁਣੀ ਪ੍ਰਕਾਸ਼, ਸੈयद ਪਾਸ਼ਾ ਪਟੇਲ, ਸੰਜੇ ਅਗਰਵਾਲ, ਜਿਨ੍ਹਾਂ ਦੀਆਂ ਚਿੱਠੀਆਂ ਤੁਹਾਡੇ ਕੋਲ ਆਉਂਦੀਆਂ ਰਹੀਆਂ, ਤੁਸੀਂ ਰਿਪਲਾਈ ਕਰਦੇ ਰਹੇ, ਉਹਨਾਂ ਦਾ ਡਰਾਫਟ ਕਰਕੇ ਮੈਂ ਤੁਹਾਨੂੰ ਬੜੇ ਡਰਾਫਟ ਕਰਦਿਆਂ ਦੇਖਦਾ ਰਿਹਾ। ਇਹਨਾਂ ਦੇ ਨਾਮਾਂ ਤੇ ਇਤਰਾਜ਼ ਕਿਉਂ ਤੁਹਾਨੂੰ? ਦੇਖੋ, ਮੈਂ ਇੱਕ ਗੱਲ ਕਲੀਅਰ ਕਰਦਾ ਕਿ ਸੰਜੇ ਅਗਰਵਾਲ ਜੋ ਨੇ, ਸੰਜੇ ਅਗਰਵਾਲ ਤੇ ਆਪਣੇ ਰਮੇਸ਼ ਚੰਦਰ ਜੋ ਨੀਤੀ ਆਯੋਗ ਨੇ, ਇਹ ਦੋ ਉਹ ਬਿਊਰੋਕਰੇਟ ਨੇ, ਦੋ ਟੈਕਨੋਕ੍ਰੇਟ ਬਿਊਰੋਕਰੇਟ ਕਹਿ ਲਓ ਜਾਂ ਇਹ ਉਹ ਇੰਟੈਲੈਕਚੁਅਲਸ ਨੇ ਜਿਨ੍ਹਾਂ ਨੇ, ਤੁਸੀਂ ਆਰਟੀਕਲ ਪੜ੍ਹੋ ਜਾਂ ਜਿਹਨੇ ਉਹਨਾਂ ਦੀ ਸੋਚ ਦੇਖੋਗੇ। ਪਹਿਲੀ ਮੀਟਿੰਗ ਜਦੋਂ ਅਸੀਂ ਗਏ ਦਿੱਲੀ ਕਰਨ ਲਈ, ਉਹਦੇ ਵਿੱਚ ਸੰਜੇ ਅਗਰਵਾਲ ਹੀ ਅਗਵਾਈ ਕਰ ਰਹੇ ਸੀ। ਸੰਜੇ ਅਗਰਵਾਲ ਹੁਣਾਂ ਨੇ ਇਸ ਕਿਸਮ ਨਾਲ ਕਾਨੂੰਨਾਂ ਨੂੰ ਡਿਫੈਂਡ ਕਰਨਾ ਸ਼ੁਰੂ ਕੀਤਾ ਕਿ ਸਾਡੇ ਲੋਕ ਗੁੱਸੇ 'ਚ ਆ ਕੇ ਮੀਟਿੰਗ ਦਾ ਬਾਈਕਾਟ ਕਰਕੇ 3 ਕਾਨੂੰਨਾਂ ਦੀਆਂ ਕਾਪੀਆਂ ਕ੍ਰਿਸ਼ੀ ਭਵਨ ਦੇ ਬਾਹਰ ਸਾੜ ਕੇ ਅਸੀਂ ਆਏ ਸੀ ਪਹਿਲੀ ਮੀਟਿੰਗ ਦੇ ਵਿੱਚ ਹੀ। ਦੂਜੀ ਗੱਲ, ਰਮੇਸ਼ ਚੰਦ ਜੀ ਨੇ, ਜਿਹੜੇ ਮੈਨੂੰ ਬੜਾ ਦੁੱਖ ਹੁੰਦਾ ਕਿ ਰਮੇਸ਼ ਚੰਦ ਜੀ ਉਹ ਸ਼ਖਸ ਨੇ ਜਿਨ੍ਹਾਂ ਨੇ CACP ਦੇ ਮੈਂਬਰ ਹੋਣ ਵੇਲੇ C2 ਦਾ ਫਾਰਮੂਲਾ ਜਿਹੜਾ ਕੰਪਰੀਹੈਂਸਿਵ ਕਾਸਟ ਦਾ ਫਾਰਮੂਲਾ ਜਿਹੜਾ ਉਹ ਰਮੇਸ਼ ਚੰਦਰ ਜੀ ਦਾ ਦਿੱਤਾ ਹੋਇਆ ਹੈ। ਜੋ ਸਵਾਮੀਨਾਥਨ ਨੇ ਉਹਨਾਂ ਨੇ 50% ਕਿਹਾ ਸੀ, ਲੇਕਿਨ ਕਾਸਟ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਰਮੇਸ਼ ਚੰਦਰ ਜੀ ਦਾ। ਰਮੇਸ਼ ਚੰਦਰ ਜੀ ਜਿਵੇਂ ਹੀ ਬੀਜੇਪੀ ਦੀ ਸਰਕਾਰ ਆਏ 180 ਡਿਗਰੀ ਤੇ ਯੂ ਟਰਨ ਮਾਰ, 100 ਬੈਕ ਟਰਨ ਮਾਰਿਆ, ਫਿਰ ਯੂ ਟਰਨ ਮਾਰ ਕੇ ਇਹ ਆ ਗਏ ਵੀ ਨਹੀਂ ਜੀ ਨਹੀਂ, ਇਹ ਜਿਹੜੀ ਐਮਐਸਪੀ ਹੀ ਨਹੀਂ ਦਿੱਤੀ ਜਾ ਸਕਦੀ, ਦਿੱਤੀ ਜਾਣੀ ਚਾਹੀਦੀ। ਸੋ ਇਹ ਦੋ ਸ਼ਖਸ ਪਲੱਸ 5 ਉਹ ਕਿਸਾਨ ਲੀਡਰ ਨੇ ਜਿਹੜੇ, ਉਹ ਪੰਜੋ ਦੇ ਪੰਜੋ ਕਿਸਾਨ ਲੀਡਰ ਜਾਂ ਤਾਂ ਬੀਜੇਪੀ 'ਚ ਸ਼ਾਮਲ ਨੇ ਜਾਂ ਬੀਜੇਪੀ ਦੇ ਲੀਡਰ ਰਹੇ ਨੇ, ਉਹਦੇ ਮਿਊਨਿਸਪਲ ਕਮਿਸ਼ਨਰ ਰਹੇ ਨੇ, ਜਾਂ ਗੁਣੀ ਪ੍ਰਸਾਦ ਜੀ ਜਿਹੜੇ ਨੇ ਹਰਿਆਣੇ ਦੇ ਵਿੱਚ ਸਾਡੇ ਅੰਦੋਲਨ ਦਾ ਵਿਰੋਧ ਕਰਦੇ ਰਹੇ ਨੇ। ਇਸੇ ਤਰ੍ਹਾਂ ਕਈ WTO ਦੇ ਪੱਖੀ ਨੇ। ਸੋ ਇਹ MSP ਰਜੀਮ ਦੇ ਹੀ ਵਿਰੋਧੀ ਨੇ। KP ਜੀ ਬਿਲਕੁਲ ਕਲੀਅਰ ਕਹਿਦਾ ਕਿ MSP ਦੇਣਾ ਤਾਂ ਇੱਕ ਪਾਸੇ, ਕਿਵੇਂ ਦਿੱਤਾ ਜਾਵੇ, ਕਿਵੇਂ ਅਸ਼ੋਰ ਕਰੇ, MSP ਹੋਣਾ ਹੀ ਨਹੀਂ ਚਾਹੀਦਾ। ਇਹ ਬਹੁਤ, ਮੇਰੀ ਥੋੜੇ ਦਿਨ ਪਹਿਲਾਂ ਜਿਹੜੇ ਇਸ ਤੋਂ ਅਗਲੇ ਮੈਂਬਰ ਦੇ ਉਹਨਾਂ ਨਾਲ ਕਿਸੇ ਟੀਵੀ ਤੇ ਡਿਬੇਟ ਹੋ ਰਹੀ ਸੀ, ਉਹਨਾਂ ਦਾ ਇਹੀ ਕਹਿਣਾ ਸੀ ਕਿ ਜ਼ੀਰੋ ਬਜਟ ਖੇਤੀ ਤੇ ਡਾਇਵਰਸਿਫਿਕੇਸ਼ਨ ਤੇ ਜ਼ੋਰ ਲਗਾਉਣਾ ਚਾਹੀਦਾ ਹੈ, ਕਿਸਾਨਾਂ ਨੂੰ ਇਕੱਠੇ ਹੋ ਕੇ ਆਪਣੀ ਵੈਲਿਊ ਐਡਡ ਪ੍ਰੋਫਿਟ ਕਿਵੇਂ ਲੈ ਸਕਦੇ ਨੇ ਉਹਦੇ ਤੇ ਜ਼ੋਰ ਲਗਾਉਣਾ ਚਾਹੀਦਾ। ਯਾਨੀ ਉਹ ਜੋ ਬੋਲੀ ਮੋਦੀ ਜੀ ਨੇ 19 ਤਰੀਕ ਨੂੰ ਬੋਲੀ ਸੀ, ਉਹਦਾ ਹੀ ਇੱਕ ਕਿਸੇ ਨਾ ਦੂਸਰੇ ਰੂਪ ਦੇ ਵਿੱਚ, ਜਿਵੇਂ ਉਦਾਹਰਨ ਦੇ ਤੌਰ ਤੇ ਜ਼ੀਰੋ ਬਜਟ ਖੇਤੀ ਵਿੱਚ ਲੈ ਕੇ ਆਏ ਨੇ, ਇਹ ਸਬਸਿਡੀਆਂ ਬੰਦ ਕਰਨ ਦਾ ਇੱਕ ਤਰੀਕਾ ਹੈ। ਡਾਇਵਰਸਿਫਿਕੇਸ਼ਨ ਵੀ ਫਸਲਾਂ ਨੂੰ ਜ਼ਬਰਦਸਤੀ ਬੰਦ ਕਰਾਉਣ ਦਾ ਇੱਕ ਲੈ ਕੇ ਆਉਣਗੇ। ਤੇ MSP ਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ MSP ਦੇ ਬਾਰੇ ਕੀ ਤਿੰਨ ਸਬ ਕਲੌਜ਼ਸ ਨੇ MSP ਦੀ। ਨੰਬਰ 1, MSP ਨੂੰ ਇਫੈਕਟਿਵ ਤੇ ਟਰਾਂਸਪੇਰੈਂਟ ਬਣਾਉਣਾ, ਉਹਦੇ ਲਈ ਸੁਜੈਸ਼ਨ ਦੇਣਾ ਜੋ ਪ੍ਰੈਜ਼ੈਂਟ ਰਜੀਮ ਚੱਲ ਰਿਹਾ ਉਸ ਨੂੰ। ਦੂਜਾ, CACP ਨੂੰ ਆਟੋਨੋਮਸ ਵੱਧ ਕਿਵੇਂ ਬਣਾਇਆ ਜਾਵੇ। ਤੇ ਤੀਸਰਾ ਤੁਸੀਂ ਦੇਖਿਓ ਗਜ਼ਟ ਨੋਟੀਫਿਕੇਸ਼ਨ 'ਚ ਕਿ ਮਾਰਕੀਟ ਨੂੰ ਮੋਰ ਐਫੀਸ਼ੀਐਂਟ ਫॉर ਐਕਸਪੋਰਟ ਐਂਡ ਘਰੇਲੂ ਮਾਰਕੀਟ ਦੀਆਂ ਬਦਲਦੀਆਂ ਹਾਲਤਾਂ 'ਚ ਕਿਵੇਂ ਬਣਾਇਆ ਜਾਵੇ। ਮਤਲਬ ਕਿ ਪੁਰਾਣਾ ਜੋ APMC ਬਾਈਪਾਸ ਐਕਟ ਸੀ ਉਹਨੂੰ ਲਿਆਉਣ ਦਾ ਇੱਕ ਇਹ ਸਬ ਕਲੌਜ਼ ਹੈ ਇਹਦੇ ਵਿੱਚ। ਸੋ ਟੋਟਲ ਮੈਂ ਕਹਿਣਾ ਚਾਹੁੰਦਾ ਕਿ ਮੇਰਾ ਇਹ ਜਿਹੜੇ ਤੁਸੀਂ ਨਾਮ ਲਏ ਨੇ, ਇਹ ਨਾਮ ਅਸੀਂ ਕੱਲੇ ਤੇ ਬਹੁਤ ਦਿਨਾਂ ਤੋਂ ਬੋਲਦੇ ਆ ਰਹੇ ਹਾਂ। ਕੱਲੇ ਬਾਰੇ ਜੇ ਕਹਿਣਾ ਹੋਵੇ ਤਾਂ ਪਹਿਲੇ ਜਿਹੜੇ ਸ਼ਖਸ ਨੇ ਮੇਰੇ ਕੋਲ ਡਿਟੇਲ ਹੈਗੀ ਹੈ ਸਾਰੀ। ਡਾਕਟਰ ਦਰਸ਼ਨਪਾਲ ਮੇਰੇ ਕੋਲ ਡਿਟੇਲ ਹੈਗੀ ਸਾਰੀ।
डिटेल हैगी है, तुसी ਵੱਖ-ਵੱਖ इंटरव्यूज़ ਵਿੱਚ ਇਹਨਾਂ ਜ਼ਿਕਰ ਵੀ ਕੀਤਾ ਹੋਇਆ। मेरा सवाल है डॉक्टर दर्शनपाल, मेरा सवाल ये है कि ਜਿਹੜਾ ਹੁਣ ਤੁਸੀਂ 3 ਨੁਕਤੇ ਗਿਣਾਏ ਆ, ਜੇ ਤੁਹਾਡੇ 3 ਨੁਕਤੇ ਮੰਨ ਕੇ ਜਾਂ ਗਜ਼ਟ ਨੋਟੀਫਿਕੇਸ਼ਨ ਵਿੱਚ ਇਹਨਾਂ 'ਚੋਂ ਕੋਈ ਇੱਕ ਨੁਕਤਾ ਵੀ ਸ਼ਾਮਲ ਕਰਕੇ ਮੀਟਿੰਗ ਕੀਤੀ ਜਾਂਦੀ ਹੈ ਜਾਂ ਕਮੇਟੀ ਬਣਾਈ ਜਾਂਦੀ ਹੈ, ਫਿਰ ਤਾਂ ਇਹਦਾ ਮਤਲਬ ਉਸ ਕਮੇਟੀ ਦਾ ਕੋਈ ਨਤੀਜਾ ਨਿਕਲੂਗਾ ਹੀ ਨਹੀਂ। ਫਿਰ ਤਾਂ ਤੁਸੀਂ ਜੋ ਕਿਹਾ ਉਹ ਫਿਰ ਸਰਵੋਪਰੇ ਆ, ਬਸ ਉਹੀ ਸਭ ਤੋਂ ਉੱਪਰ ਆ, ਬਸ ਫਿਰ ਤਾਂ ਉਹਨਾਂ ਦੀ ਕੋਈ ਗੱਲ ਰਹੂਗੀ ਨਹੀਂ ਸਰਕਾਰਾਂ ਦੀ। ਨਹੀਂ ਕੇਪੀ ਜੀ, ਤੁਸੀਂ ਜਦੋਂ ਤੋਂ ਐਮਐਸਪੀ ਰਜੀਮ ਸ਼ੁਰੂ ਹੋਇਆ ਉਦੋਂ ਤੋਂ ਤੁਸੀਂ ਪਾਸਟ ਤੋਂ ਲੈ ਕੇ ਅੱਜ ਤੱਕ ਦੇਖ ਲਓ, ਕੈਲਕੂਲੇਸ਼ਨ ਇਹ ਹੋਈ ਹੈ ਕਿ ਕਿਸਾਨ ਦਾ ਇੰਨਾ ਐਕਸਪਲੋਇਟੇਸ਼ਨ ਹੋਇਆ ਕਿ ਐਮਐਸਪੀ ਡਿਕਲੇਅਰ ਹੋਣ ਦੇ ਬਾਵਜੂਦ ਵੀ ਉਹਦੀ ਐਕਸਪਲੋਇਟੇਸ਼ਨ ਇੰਨੀ ਹੋਈ ਹੈ ਕਿ ਜਿੰਨਾ ਕਰਜ਼ਾ ਕਿਸਾਨ ਨੇ ਦੇਣਾ ਉਹ ਤੋਂ ਕਈ ਗੁਣਾ ਜ਼ਿਆਦਾ ਉਹਦੀ ਐਕਸਪਲੋਇਟੇਸ਼ਨ ਆਲਰੇਡੀ ਹੋ ਚੁੱਕੀ ਹੈ। ਦੂਸਰੀ ਗੱਲ ਮੈਂ ਫੇਰ ਕਹਿਣਾ ਚਾਹੁੰਦਾ ਕਿ ਅਗਰ ਅਸੀਂ ਇੱਕ ਵਾਰੀ ਡੈਵੀਏਟ ਕਰ ਗਏ ਇਹਨਾਂ ਦੇ ਉਸੇ ਭੁਲਾਵੇ ਦੇ ਵਿੱਚ ਆ ਗਏ ਕਿ ਆਓ ਜੀ ਐਮਐਸਪੀ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ, ਕੋਈ ਮਤਲਬ ਕਿ ਤੁਸੀਂ ਇਹ ਦੱਸੋ, ਜਦੋਂ ਇਹ ਲੈਟਰ ਕੱਢ ਲਏ ਨੇ, ਜਦੋਂ ਦੇਸ਼ ਦੇ ਕਿਸਾਨ ਲਗਾਤਾਰ ਕਹਿ ਰਹੇ ਸੀ, ਦਿੱਲੀ ਬਾਰਡਰ ਤੇ ਬੈਠੇ ਸੀ, ਮੀਟਿੰਗਾਂ ਕਰ ਰਹੇ ਸੀ ਵਿਗਿਆਨ ਭਵਨ ਦੇ ਵਿੱਚ, ਅਸੀਂ ਕਹਿ ਰਹੇ ਸੀ ਇੱਕ ਕਲੌਜ਼ ਰੱਖ ਲੈਂਦੇ ਵੀ ਇਸ ਕਲੌਜ਼ ਦੇ ਉੱਤੇ ਕੀ ਕਾਨੂੰਨ ਬਣਨਾ ਜ਼ਰੂਰੀ ਹੈ, ਤੇ ਵੀ ਗੱਲਬਾਤ ਹੋਊਗੀ, ਉਹ ਕਿਉਂ ਨਹੀਂ ਰੱਖਿਆ? ਡਾਕਟਰ ਦਰਸ਼ਨਪਾਲ, ਤੁਸੀਂ ਫਿਰ ਮੰਨੋਗੇ ਕਹਿੰਦੀ ਸੁਪਰੀਮ ਕੋਰਟ ਕਮੇਟੀ ਬਣਾਉਂਦੀ ਹੈ, ਤੁਸੀਂ ਉਹਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਇਹ ਕਮੇਟੀ ਬਣਾਉਂਦੇ ਆ ਸੈਂਟਰ ਗਵਰਨਮੈਂਟ, ਉਹਦੇ ਸ਼ਾਮਲ ਨਹੀਂ ਹੋਣਾ ਚਾਹੁੰਦੇ, ਤੁਸੀਂ ਮੰਨਣੀ ਕਹਿੰਦੀ ਹੈ ਫਿਰ ਡਾਕਟਰ ਦਰਸ਼ਨਪਾਲ? ਨਹੀਂ, ਮੈਨੂੰ ਇਹ ਦੱਸੋ ਕੇਪੀ ਜੀ, ਸੁਪਰੀਮ ਕੋਰਟ ਕਮੇਟੀ ਦੀਆਂ ਸਿਫਾਰਿਸ਼ਾਂ ਤੁਸੀਂ ਦੇਖਣੀਆਂ ਨਾ, ਸੁਪਰੀਮ ਕੋਰਟ ਕਮੇਟੀ ਦੇ ਵਿੱਚ ਜੋ ਮੈਂਬਰ ਲਏ ਸੀ ਉਹ ਮੈਂਬਰ ਪਹਿਲੋਂ ਹੀ ਗਵਰਨਮੈਂਟ ਦੀਆਂ ਜੋ ਕਾਨੂੰਨ ਬਣਾਏ ਸੀ ਉਹਨਾਂ ਦੇ ਪੱਖ ਦੇ ਸੀ। ਅਸੀਂ ਉਦੋਂ ਵੀ ਕਿਹਾ ਸੀ ਜੇ ਅਸੀਂ ਉਹਦੇ ਭੁਲਾਵੇ 'ਚ ਆ ਜਾਂਦੇ ਫਿਰ ਲੋਕਾਂ ਨੇ ਕਹਿਣਾ ਸੀ ਵੀ ਇਹ ਕਮੇਟੀ ਕੋਲ ਹਾਜ਼ਰ ਹੋਵੋ, ਤੁਸੀਂ ਅੰਦੋਲਨ ਛੱਡੋ। ਹੁਣ ਵੀ ਇਹ ਹੋਊਗਾ ਕਿ ਤੁਸੀਂ ਕਮੇਟੀ ਜਾਓ, 3 ਮੈਂਬਰ ਜਾਓ, 26 ਮੈਂਬਰ ਨੇ ਪ੍ਰਵਾਹ ਨਾ ਕਰੋ, ਜਾਓ ਉੱਥੇ ਡਿਸਕਸ਼ਨ ਕਰੋ, ਇਹ ਸਾਲ ਚੱਲੇ, 2 ਸਾਲ ਚੱਲੇ, 3 ਸਾਲ ਚੱਲੇ। ਇਹਦਾ ਮਤਲਬ ਇਹ ਹੈ ਕਿ ਅਸੀਂ ਜੋ ਕੋਈ ਅੰਦੋਲਨ ਕਰਕੇ ਆਪਣੀ ਤਾਕਤ ਦੇ ਨਾਲ, ਆਪਣੀ ਏਕਤਾ ਦੇ ਨਾਲ ਅਗਰ ਅਸੀਂ ਸਰਕਾਰ ਨੂੰ ਮਜਬੂਰ ਕਰਨਾ ਔਰ ਕਿਸਾਨਾਂ ਦੀਆਂ ਖੁਦਕਸ਼ੀਆਂ ਰੁਕਵਾਉਣਾ ਚਾਹੁੰਦੇ ਅਸੀਂ, ਤਾਂ ਸਾਨੂੰ ਇਹ ਸਰਕਾਰ ਦੇ ਜਿਹੜੇ ਭੁਲਾਵੇ ਨੇ ਇਸ ਕਿਸਮ ਦੇ, ਯਾਨੀ ਬੀਜੇਪੀ ਦੀ ਸਰਕਾਰ, ਮੈਂ ਕਹਿੰਦਾ ਕਿ ਇਹ ਜੁਮਲੇਬਾਜ਼ ਐਡੀ ਵੱਡੀ ਉਹ ਹੈ ਕਿ ਇਹ ਟੋਟਲ ਦਾ ਟੋਟਲ ਡਾਕੂਮੈਂਟ ਇੱਕ ਪੂਰਾ ਜੁਮਲਾ, ਇਸ ਡਾਕੂਮੈਂਟ ਦੇ ਵਿੱਚ ਕਿਤੇ ਵੀ ਕਿਸਾਨ ਦਾ ਕੋਈ ਉਹ ਨਹੀਂ ਹੋਗਾ। ਕਾਰਪੋਰੇਟ ਘਰਾਣੇ, WTO, ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਲਈ, ਸਬਸਿਡੀਆਂ ਬੰਦ ਕਰਨ ਲਈ ਤੇ ਫਿਰ ਮੰਡੀ ਤੋੜਨ ਵਾਸਤੇ, ਮੰਡੀ ਦੇ ਆਸਰੇ ਤੇ ਛੱਡਣ ਲਈ ਕਿਸਾਨ ਨੂੰ ਇਹ ਡਾਕੂਮੈਂਟ ਹੈ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਡਾਕਟਰ ਦਰਸ਼ਨਪਾਲ, ਤੁਹਾਨੂੰ ਯਾਦ ਹੋਊਗਾ ਬਹੁਤ ਦੇਰ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਹਰਾਂ ਦਾ MSP ਤੇ ਇੱਕ ਬਿਆਨ ਆਇਆ ਸੀਗਾ, ਤੁਸੀਂ ਸਾਰਿਆਂ ਨੇ ਉਸ ਦਾ ਬਹੁਤ ਵਿਰੋਧ ਜਤਾਇਆ ਸੀਗਾ। ਉਸ ਤੋਂ ਬਾਅਦ ਤੁਹਾਡਾ ਅੰਦੋਲਨ ਵੀ ਚੱਲਿਆ, ਸਭ ਕੁਝ ਹੋਇਆ, ਬਹੁਤ ਕਿਸਾਨਾਂ ਦੀਆਂ ਜਾਨਾਂ ਵੀ ਗਈਆਂ। ਡਾਕਟਰ ਦਰਸ਼ਨਪਾਲ, ਜੋ ਨਿਤਿਨ ਗਡਕਰੀ ਹਰਾਂ ਨੇ ਕਿਹਾ ਸੀਗਾ, ਤੁਹਾਨੂੰ ਉਦੋਂ ਤੋਂ ਅੰਦਾਜ਼ਾ ਹੋ ਗਿਆ ਸੀਗਾ ਕਿ MSP ਹੁਣ ਖਤਮ ਕਰਨ ਜਾ ਰਹੇ ਆ? ਨਹੀਂ, ਮੈਨੂੰ ਇਹ ਲੱਗਦਾ ਵੀ ਇਹ ਅਸਲ 'ਚ ਨਿਤਿਨ ਗਡਕਰੀ ਦੀ ਗੱਲ ਨਹੀਂ ਹੈ, ਇਹ ਹੈ ਜੀ WTO ਦੇ ਵਿੱਚ ਐਗਰੀਮੈਂਟ ਔਨ ਐਗਰੀਕਲਚਰ, ਜਿਹੜੇ ਐਗਰੀਮੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਸਬਸਿਡੀਆਂ ਨਾ ਦਿਓ, ਅਸ਼ੋਰਡ ਪ੍ਰਾਈਸਿਸ ਨਾ ਦਿਓ, ਮਾਰਕੀਟ ਦੇ ਵਿੱਚ ਲੋਕਾਂ ਨੂੰ ਆਉਣ ਦੇ, ਉੱਥੇ ਸਰਵਾਈਵ ਕਰਨ ਦਿਓ, ਮਰਦੇ ਸਰਵਾਈਵ ਕਰਦੇ ਕਰਨ ਦਿਓ। ਸੋ ਨਿਤਿਨ ਗਡਕਰੀ ਜਾਂ ਆਪਣੇ ਤੋਮਰ ਜੀ ਜਾਂ ਬੀਜੇਪੀ ਦੇ ਆਪਣੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ, ਇਹ ਉਹ WTO ਰਜੀਮ ਦੇ ਬੱਝੇ ਹੋਏ ਨੇ ਇਹ, ਇਸ ਕਰਕੇ ਉਹ ਸਾਰੀ ਦੀ ਜੋ ਜਿੰਨਾ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਜਾਂ ਲਿਬਰਲਾਈਜੇਸ਼ਨ ਦਾ, ਪ੍ਰਾਈਵੇਟਾਈਜੇਸ਼ਨ ਦਾ, ਇਹਦੇ ਸਾਰੇ ਦੇ ਪਿੱਛੇ ਇੱਕ ਨਾ ਉਹ ਹੈ ਦ੍ਰਿਸ਼ਟੀਕੋਣ ਹੈ, ਇੱਕ ਅੰਡਰਸਟੈਂਡਿੰਗ ਹੈ। ਇਸ ਕਰਕੇ ਨਿਤਿਨ ਗਡਕਰੀ ਦਾ ਬਿਆਨ ਜਾਂ 3 ਕਾਨੂੰਨਾਂ ਦਾ ਬਣਨਾ ਜਾਂ ਉਹਦੇ ਵਿੱਚ ਫਿਰ ਸਾਡਾ ਸਟਰਗਲ ਕਰਕੇ ਉਹਨਾਂ ਨੂੰ ਵਾਪਸ ਕਰਵਾਉਣਾ, ਇਹ ਇੱਕ ਸਾਡੀ ਪ੍ਰਾਪਤੀ ਸੀ। ਲੇਕਿਨ ਸਰਕਾਰ ਆਪਣੀ ਉਸ ਰਾਹ ਦੇ ਉੱਤੇ ਚੱਲਣ ਲਈ ਮਜਬੂਰ ਹੈ, ਅਸੀਂ ਉਸ ਰਾਹ ਦੇ ਵਿਰੋਧ ਕਰਨ ਵਾਸਤੇ ਅਸੀਂ ਮਜਬੂਰ ਹਾਂ। ਚਲੋ ਇੱਕ ਹੋਰ ਛੋਟਾ ਬ੍ਰੇਕ ਤੋਂ ਵਾਪਸ ਆਵਾਂਗੇ ਡਾਕਟਰ ਦਰਸ਼ਨਪਾਲ ਤੋਂ ਹੋਰ ਵੀ ਸਵਾਲ ਜਵਾਬ ਲੈਣੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਚਿੱਠੀ ਲਿਖੀ ਹੈ ਇਸ ਬਾਬਤ MSP ਕਮੇਟੀ ਤੇ? ਨਹੀਂ, ਉਹ ਅਸੀਂ ਮੈਂ ਦੱਸਾਂ ਤੁਹਾਨੂੰ ਕਿ ਮਾਰਚ ਦੇ ਮਹੀਨੇ 'ਚ ਇੱਕ ਸਾਡੀ ਕੋਆਰਡੀਨੇਸ਼ਨ ਕਮੇਟੀ ਦੇ ਇੱਕ ਮੈਂਬਰ ਨੇ ਸਾਡੇ ਕੋਲ ਰਿਪੋਰਟ ਕੀਤੀ ਕਿ ਸਰਕਾਰ ਵੱਲੋਂ
ਇੱਕ ਮੈਸੇਜ ਆਇਆ, ਉਹ ਸੰਜੇ ਅਗਰਵਾਲ ਦਾ ਹੀ ਮੈਸੇਜ ਸੀ ਕਿ ਤੁਸੀਂ 3 ਨਾਮ ਆਪਣੀ ਕਮੇਟੀ ਵਿੱਚ ਦਿਓ। ਅਸੀਂ ਡਿਸਕਸ ਕੀਤਾ, ਡਿਸਕਸ ਕਰਨ ਤੋਂ ਬਾਅਦ ਅਸੀਂ ਕਿਹਾ ਕਿ ਇਸ ਤਰੀਕੇ ਨਾਲ ਆਪਾਂ ਨੂੰ ਕਿਸੇ ਕਮੇਟੀ ਨਹੀਂ ਜਾਣਾ ਚਾਹੀਦਾ। ਅਸੀਂ ਉਦੋਂ ਸੰਜੇ ਅਗਰਵਾਲ ਨੂੰ ਚਿੱਠੀ ਲਿਖੀ ਸੀ ਕਿ ਆਪਣੀਆਂ ਟਰਮਸ ਆਫ ਰੈਫਰੈਂਸ ਸਾਨੂੰ ਦੱਸੋ। ਟਰਮਸ ਆਫ ਰੈਫਰੈਂਸ ਦੇ ਵਿੱਚ ਸਾਰੀਆਂ ਚੀਜ਼ਾਂ ਹੋਣੀਆਂ ਸੀ, ਕੀ ਕਮੇਟੀ ਹੋਊਗੀ, ਕਿੰਨਾ ਟਾਈਮ ਪੀਰੀਅਡ ਹੋਊਗਾ, ਉਹਦਾ ਕੀ ਟਰਮਸ ਆਫ ਰੈਫਰੈਂਸ ਦੇ ਵਿੱਚ ਕੀ ਲੀਗਲ ਗਰੰਟੀ ਦੀ ਗੱਲ ਹੋਊਗੀ ਜਾਂ ਹੋਰ ਬਹੁਤ ਕੁਝ ਹੋਊਗਾ। ਉਹਨਾਂ ਨੂੰ ਚਿੱਠੀ ਲਿਖੀ, ਅਸੀਂ 24 ਮਾਰਚ ਨੂੰ ਸ਼ਾਇਦ ਚਿੱਠੀ ਲਿਖੀ। ਉਸ ਤੋਂ ਬਾਅਦ ਸਾਨੂੰ ਦੁਬਾਰਾ ਮੈਸੇਜ ਮਿਲਦਾ ਕਿ ਚਿੱਠੀ ਮਿਲੀ ਨਹੀਂ। ਅਸੀਂ 31 ਮਾਰਚ ਨੂੰ ਜਿੱਦਣ ਸੰਜੇ ਅਗਰਵਾਲ ਰਿਟਾਇਰ ਹੋਣ ਜਾ ਰਿਹਾ ਸੀ, ਉਹਨੂੰ ਦੁਬਾਰਾ ਚਿੱਠੀ ਲਿਖ ਕੇ ਚਿੱਠੀ ਮੇਲ ਭੇਜ ਕੇ, ਹਾਲਾਂਕਿ ਮੇਲ ਦਾ ਰਿਕਾਰਡ ਸਾਡੇ ਕੋਲ ਪਹਿਲਾਂ ਵੀ ਹੈ ਭੇਜੀ ਹੋਈ ਦਾ, ਲੇਕਿਨ ਫਿਰ ਦੁਬਾਰਾ ਭੇਜ ਕੇ ਉਹਨੂੰ ਨੋਟ ਕਰਾਇਆ। ਅਸੀਂ ਕਿਹਾ ਕਿ ਉਦੋਂ ਤੱਕ ਨਹੀਂ ਜਾਵਾਂਗੇ। ਫਿਰ ਸਾਡੀ ਮੀਟਿੰਗ ਦੇ ਵਿੱਚ ਡਿਸਕਸ਼ਨ ਹੋਈ। ਅਸੀਂ ਫਿਰ ਇਹ ਸੋਚਿਆ ਕਿ ਅਸੀਂ ਟਰਮਸ ਆਫ ਰੈਫਰੈਂਸ ਕੀ ਚਾਹੁੰਦੇ ਆ, ਇਹ ਸਾਨੂੰ ਦੱਸਣੀਆਂ ਚਾਹੀਦੀਆਂ ਨੇ। ਅਸੀਂ ਆਪਣੇ ਕਿਸੇ ਸਾਥੀ ਦੀ ਡਿਊਟੀ ਲਈ ਕਿ ਆਪਾਂ ਟਰਮਸ ਆਫ ਰੈਫਰੈਂਸ ਆਫ ਦਾ ਕਮੇਟੀ ਕੀ ਚਾਹੁੰਦੇ ਆ, ਉਹ ਲਿਖ ਕੇ ਆਪਾਂ ਭੇਜੀਏ। ਅਸੀਂ ਫਿਰ ਉਹ ਸੰਜੇ ਅਗਰਵਾਲ ਵਾਸਤੇ ਉਹ ਲਿਖੇ ਸੀ, ਉਹ ਸਾਡੇ ਸਾਥੀ ਨੇ ਭੇਜ ਦਿੱਤੇ ਹੋਣਗੇ। ਉਹਦੇ ਵਿੱਚ ਬੜਾ ਕਲੀਅਰ ਸੀ, ਕਮੇਟੀ ਓਨਲੀ ਫॉर ਐਮਐਸਪੀ ਐਂਡ ਓਨਲੀ ਟੂ ਫਰੇਮ ਅ ਲੀਗਲ ਫਰੇਮਵਰਕ ਟੂ ਅਸ਼ੋਰ ਦਾ ਐਮਐਸਪੀ। ਡਾਕਟਰ ਸਿੰਪਲ, ਤੁਹਾਡੀ ਪ੍ਰੈਸ ਰਿਲੀਜ਼ ਹੈ ਜਿਹੜੀ ਉਹ ਕੁਝ ਹੋਰ ਕਹਿ ਰਹੀ ਹੈ। ਇੱਕ ਪ੍ਰੈਸ ਰਿਲੀਜ਼ ਸਾਡੇ ਕੋਲ ਆਈ, ਉਹਦੇ ਵਿੱਚ ਐਸਕੇਐਮ ਵੱਲੋਂ ਇਹ ਰੈਫਰੈਂਸ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਐਮਐਸਪੀ ਦੀ ਜਿਹੜੀ ਬਣਾਈ ਕਮੇਟੀ ਹੈ ਉਹਦੇ ਇਤਰਾਜ਼ ਦਰਜ ਕਰਾਇਆ ਗਿਆ, ਤੇ ਉਹਦੇ ਅਖੀਰ ਵਿੱਚ ਜੋ ਲਿਖਿਆ ਹੈ, ਉਹਦੇ ਅਖੀਰ ਵਿੱਚ ਇਹ ਲਿਖਿਆ ਕਿ ਤੁਹਾਨੂੰ ਮੈਂ ਦੱਸ ਰਿਹਾ, ਕਾइंड ਰਿਗਾਰਡਸ ਸੰਯੁਕਤ ਕਿਸਾਨ ਮੋਰਚਾ ਨੋਨ ਪੋਲੀਟੀਕਲ। ਇਹਦਾ ਮਤਲਬ ਕੀ ਹੈ? ਸੰਯੁਕਤ ਕਿਸਾਨ ਮੋਰਚਾ ਹਾਂ ਇਹ ਪਿਛਲੇ ਦਿਨਾਂ 'ਚ ਇੱਕ ਡਿਵੈਲਪਮੈਂਟ ਹੋਈ ਹੈ। ਇਹ ਸਾਡਾ ਐਸਕੇਐਮ ਵੱਲੋਂ ਨਹੀਂ ਹੈ ਸਟੇਟਮੈਂਟ, ਇਹ ਨਾਨ ਪੋਲੀਟੀਕਲ। ਅੱਜ ਕੱਲ ਡੱਲੇਵਾਲ ਸਾਹਿਬ ਇੱਕ ਸ਼ੋਸ਼ਾ ਛੱਡ ਰਹੇ ਨੇ। ਡੱਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਅਸੀਂ ਐਸਕੇਐਮ ਬਣਾਇਆ, ਉਹਨਾਂ ਦੇ ਨਾਲ ਕੁਝ ਜਥੇਬੰਦੀਆਂ ਨੇ ਉਹਨੂੰ ਨਾਨ ਪੋਲੀਟੀਕਲ ਕਹਿ ਕੇ ਸ਼ਾਇਦ ਉਹਨਾਂ ਨੇ ਕੋਈ ਐਸਕੇਐਮ ਵੱਲੋਂ ਸਟੇਟਮੈਂਟ ਦਿੱਤੀ ਹੋਵੇ, ਉਹ ਮੇਰੀ ਜਾਣਕਾਰੀ 'ਚ ਨਹੀਂ ਹੈ। ਸਾਡੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਟੇਟਮੈਂਟ ਨਹੀਂ ਹੈ। ਅਭਿਮਨਿਊ ਕੁਹਾੜ, ਕੱਕਾ ਜੀ, ਡੱਲੇਵਾਲ ਇਹ ਸਭ ਇੱਕ ਪੇਜ ਤੇ ਖੜੇ ਆ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਇਹ ਕੱਕਾ ਜੀ, ਅਭਿਮਨਿਊ ਕੁਹਾੜ ਜੀ ਤੇ ਡੱਲੇਵਾਲ ਜੀ, ਉਹਨਾਂ ਵੱਲੋਂ ਹੋ ਸਕਦੀ ਹੈ। ਐਸਕੇਐਮ ਟੁੱਟ ਗਿਆ? ਮੈਂ ਟੁੱਟ ਗਿਆ ਨਹੀਂ ਕਹੂੰਗਾ। ਦੇਖੋ, ਸਾਡੇ ਵੱਲੋਂ ਅਜੇ ਵੀ ਡੱਲੇਵਾਲ ਨੂੰ ਵੀ ਕਮੇਟੀ ਬਣਾ ਕੇ ਮਿਲੇ ਨੇ ਬੰਦੇ ਪਰਸੋਂ, ਔਰ ਕੱਕਾ ਜੀ ਉਹਨਾਂ ਨੂੰ ਵੀ ਸਾਡੀ ਰਿਕੁਐਸਟ ਹੈ ਕਿ ਇਸ ਨੂੰ ਨਾ ਤੋੜੋ। ਉਹਨਾਂ ਨੇ ਬਲਕਿ ਜਥੇਬੰਦੀਆਂ ਜਿਹੜੀਆਂ ਸੰਯੁਕਤ ਸਮਾਜ ਮੋਰਚੇ ਨਾਲੋਂ ਨਾਤਾ ਤੋੜ ਕੇ ਜਦੋਂ ਐਸਕੇਐਮ ਚ ਆ ਰਹੀਆਂ ਸੀ, ਸਿਰਫ ਇੰਨੀ ਕਿ ਗੱਲ ਤੇ ਵਿਰੋਧ ਕਰਕੇ ਉਹਨਾਂ ਨੇ ਆਪਣਾ ਵੱਖਰਾ ਬਣਾਉਣਾ ਸ਼ੁਰੂ ਕਰਤਾ। ਐਂਡ ਦੈਟ ਇਜ਼ ਅ ਵੈਰੀ ਇਮੈਚੁਰ, ਇੱਕ ਬਚਕਾਨਾ ਉਹਨਾਂ ਨੇ ਮਤਲਬ ਕਿ ਹਰਕਤ ਕੀਤੀ ਹੈ, ਜਿਹੜੀ ਐਸਕੇਐਮ ਲਈ ਵੀ ਨੁਕਸਾਨਦਾਇਕ ਹੈ, ਕਿਸਾਨਾਂ ਲਈ ਵੀ ਨੁਕਸਾਨਦਾਇਕ ਹੈ, ਔਰ ਇਹ ਸਾਡੀ ਲੜਾਈ ਵਾਸਤੇ ਵੀ ਨੁਕਸਾਨਦਾਇਕ ਹੈ। ਮੇਰੀ ਅਪੀਲ ਹੈ ਤੁਹਾਡੇ ਰਾਹੀਂ ਕਿ ਉਹ ਇਸ ਚੀਜ਼ ਤੋਂ ਪਿੱਛੇ ਹਟਣ। ਜੋ ਕਮੇਟੀ ਉਹਨਾਂ ਨੂੰ ਮਿਲਣ ਗਈ ਹੈ ਉਹਨੂੰ ਪੋਜ਼ਿਟਿਵਲੀ ਰਿਸਪੌਂਡ ਦੇਣ। ਕੋਆਰਡੀਨੇਸ਼ਨ ਕਮੇਟੀ ਚੋਂ ਮਿਸਟਰ ਡੱਲੇਵਾਲ ਨੂੰ ਤੁਸੀਂ ਕੱਢਤਾ? ਨਾ, ਬਿਲਕੁਲ ਨਹੀਂ। ਡੱਲੇਵਾਲ, ਕੱਕਾ ਜੀ, ਉਹਨਾਂ ਦੋਨਾਂ ਨੇ ਇੱਕ ਅਲੱਗ ਮੀਟਿੰਗ ਕੀਤੀ ਹੈ, ਲੇਕਿਨ ਕੋਆਰਡੀਨੇਸ਼ਨ ਕਮੇਟੀ ਨੇ ਕੋਈ ਇਸ ਕਿਸਮ ਦਾ ਐਕਸ਼ਨ ਨਹੀਂ ਲਿਆ। ਉਹਨਾਂ ਨੂੰ ਸਾਡੀ ਫੇਰ ਰਿਕੁਐਸਟ ਅਪੀਲ ਕੀਤੀ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਅਗਲਾ ਸੰਘਰਸ਼ ਦੀ ਜਿਹੜੀ ਹੈ ਲੜਾਈ ਲੜੀਏ। ਤੁਸੀਂ ਮਿਸਟਰ ਰਾਜੇਵਾਲ ਹਰਾ ਨੂੰ ਜਦੋਂ ਤੁਸੀਂ ਲਾਸਟ ਇੰਟਰਵਿਊ ਮੇਰੇ ਨਾਲ ਕੀਤੀ ਸੀ, ਰਾਜੇਵਾਲ ਹਰਾ ਨੂੰ ਤੁਸੀਂ ਬੈਸਟ ਆਫ ਲੱਕ ਕਿਹਾ ਸੀਗਾ, ਨਾਲ ਤੁਸੀਂ ਇਹ ਵੀ ਕਿਹਾ ਸੀਗਾ ਕਿ ਜ਼ਮਾਨਤਾਂ ਜ਼ਬਤ ਹੋਣਗੀਆਂ, ਤੁਸੀਂ ਉਦੋਂ ਮੁਸਕਰਾਏ ਵੀ ਸੀਗੇ, ਮੈਨੂੰ ਅੱਜ ਤੱਕ ਉਹ ਯਾਦ ਹੈ। ਹੁਣ ਰਾਜੇਵਾਲ ਸਾਹਿਬ ਮੁਸਕਰਾ ਰਹੇ ਜਾਂ ਤੁਸੀਂ ਮੁਸਕਰਾ ਰਹੇ ਹੋ? ਜੇ ਮੁਸਕਰਾ ਨਹੀਂ ਰਹੇ ਤਾਂ ਇਕੱਠੇ ਹੈਗੇ ਜਾਂ ਨਹੀਂ? ਨਹੀਂ ਕੇਪੀ ਜੀ, ਦੇਖੋ, ਜਿਹੜਾ ਸੰਯੁਕਤ ਸਮਾਜ ਮੋਰਚਾ ਬਣਿਆ ਸੀ, ਜਦੋਂ ਉਹਦਾ ਹਸ਼ਰ ਇਹ ਹੋਇਆ ਤੇ ਜਦੋਂ ਕਿਸਾਨ ਅੰਦੋਲਨ ਨੂੰ ਰਾਜੇਵਾਲ ਦੀ ਵੀ ਹੋਰਾਂ ਦੀ ਜ਼ਰੂਰਤ ਸੀ ਤੇ ਅੱਜ ਵੀ ਹੈ, ਉਦੋਂ ਉਹਨਾਂ ਨੇ ਤੈਅ ਕੀਤਾ ਇੱਕ ਪਾਰਟੀ ਬਣਾਉਣ ਦਾ। ਕਿਸਾਨ ਜਥੇਬੰਦੀਆਂ ਨੇ ਉਹ ਰਾਜੇਵਾਲ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਿ ਰਾਜੇਵਾਲ ਸਾਹਿਬ ਤੁਸੀਂ ਆਪਣੇ ਐਸਐਸਐਮ ਤੋਂ ਪਾਸਾ ਵੱਟੋ, ਆਓ ਮੁੜ ਕੇ ਆਪਾਂ ਐਸਕੇਐਮ ਨੂੰ ਅੱਗੇ ਲੈ ਕੇ ਜਾਈਏ ਤੇ ਐਸਕੇਐਮ ਨੂੰ ਅੱਗੇ ਚਲਾਈਏ। ਰਾਜੇਵਾਲ ਸਾਹਿਬ, ਪ੍ਰੇਮ ਭੰਗੂ ਜੀ, ਕਮਲਪ੍ਰੀਤ ਪੰਨੂ, ਭੋਗ ਸਿੰਘ ਮਾਨਸਾ, ਹਰਜਿੰਦਰ ਸਿੰਘ ਟਾਂਡਾ, ਇਹ 5 ਲੀਡਰਾਂ ਨੇ ਸਪਸ਼ਟ ਕਹਿਤਾ ਕਿ ਅਸੀਂ ਐਸਐਸਐਮ ਨੂੰ ਰੱਖਾਂਗੇ, ਐਸਐਸਐਮ ਵੱਲੋਂ ਆਉਣ ਵਾਲੀ 2024 ਦੀ ਚੋਣ ਲੜਾਂਗੇ। ਇਸ ਕਰਕੇ ਸਾਡੀ ਇਹ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਕਿਹਾ ਕਿ ਠੀਕ ਹੈ, ਜਿਵੇਂ ਉਦੋਂ ਗੁੱਡ ਲੱਕ ਕਿਹਾ ਸੀ
ਤੇ ਹੁਣ ਵੀ ਮੈਂ ਗੁੱਡ ਲੱਕ ਕਹਿੰਦਾ ਕਿ ਜੋ 24 ਦੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਇਟਸ ਅਪ ਟੂ them, ਬਟ ਮੈਂ ਫਿਰ ਕਹਿਣਾ ਚਾਹੁੰਦਾ ਉਹਨਾਂ ਦੇ ਪ੍ਰਸੰਗ 'ਚ ਕਿ ਕਿਸਾਨ ਸਾਥੀਓ, ਆਓ ਕਿਸਾਨਾਂ ਨੂੰ 2024 ਤੱਕ ਇੱਕ ਵੱਡੇ ਅੰਦੋਲਨ ਦੀ ਲੋੜ ਹੈ, MSP ਦੀ ਲੋੜ ਹੈ, ਕਰਜ਼ੇ ਮੁਕਤੀ ਦੀ ਲੋੜ ਹੈ। ਆਪਾਂ ਇਕੱਠੇ ਹੋ ਕੇ ਉਹ ਸੰਘਰਸ਼ ਕਰੀਏ। ਚੋਣਾਂ ਦੇ ਅੰਦਰ 1 MP 2 MP ਸ਼ਾਇਦ ਬਣ ਜਾਓਗੇ ਤੁਸੀਂ, ਲੇਕਿਨ ਤੁਸੀਂ ਜਾ ਕੇ ਪਾਰਲੀਮੈਂਟ ਦੇ ਵਿੱਚ ਉਹ ਚੀਜ਼ਾਂ ਨਹੀਂ ਕਰਾ ਸਕਦੇ ਜੋ ਕਿਸਾਨ ਅੰਦੋਲਨ ਕਰਾਊਗਾ। ਸੋ ਉਹ ਰਾਜੇਵਾਲ ਸਾਹਿਬ ਦੇ ਨਾਲ ਮੇਰੀ ਮਤਲਬ ਕਿ ਮੇਰਾ ਸਮਝ ਇਹ ਹੈ ਕਿ ਰਾਜੇਵਾਲ ਸਾਹਿਬ ਅਗਰ ਅੱਜ ਵੀ SSM ਨੂੰ ਛੱਡ ਕੇ ਕਿਸਾਨ ਅੰਦੋਲਨ 'ਚ ਕਿਸਾਨ ਜਥੇਬੰਦੀ ਦੀ ਅਗਵਾਈ ਕਰਦੇ ਨੇ, ਰਾਜੇਵਾਲ ਸਾਹਿਬ ਵੈਲਕਮ ਨੇ। ਲੇਕਿਨ ਰਾਜੇਵਾਲ ਸਾਹਿਬ ਦੀ ਪ੍ਰੋਬਲਮ ਇਹ ਹੈ ਕਿ ਉਹਨਾਂ ਨੇ SSM ਨੂੰ ਬਰਕਰਾਰ ਰੱਖਿਆ ਹੋਇਆ ਤੇ ਉਹਨਾਂ ਦੀ ਜਥੇਬੰਦੀ 'ਚੋਂ ਬੰਦੇ ਲਗਾਤਾਰ ਟੁੱਟ ਕੇ ਦੂਸਰੀਆਂ ਜਥੇਬੰਦੀਆਂ ਜਾ ਰਹੇ ਨੇ। ਰਾਜੇਵਾਲ ਸਾਹਿਬ ਇਸ ਵਕਤ ਤੁਹਾਡੇ ਨਾਲ ਆਉਣ ਨੂੰ ਤਿਆਰ ਨਹੀਂ ਹੈਗੇ, ਮੈਂ ਸਪਸ਼ਟ ਸ਼ਬਦਾਂ ਵਿੱਚ ਸਮਝਣ ਨੂੰ ਤਿਆਰ ਬੈਠਾ। ਹਾਂ ਨਹੀਂ ਤਿਆਰ, ਮੈਂ ਤਾਂ ਆਪ ਕਹਿੰਦਾ ਉਹਨਾਂ ਨੇ ਕਿਹਾ ਕਿ SSM ਅਸੀਂ ਬਣਾ ਕੇ ਰੱਖਾਂਗੇ, 24 ਦੀ ਇਲੈਕਸ਼ਨ ਲੜਾਂਗੇ। ਇਹ ਤਾਂ ਮੈਂ ਕਹਿ ਰਿਹਾ ਕਿ ਜੇ ਉਹ ਕਰਨ ਤਾਂ ਚੰਗੀ ਗੱਲ ਹੈ, ਮੈਂ ਉਹਨਾਂ ਨੂੰ ਅਪੀਲ ਕਰਦਾ। ਤੁਸੀਂ ਇਨਵਾਈਟ ਕਰ ਰਹੇ ਹੋ ਦੁਬਾਰਾ? ਫਿਰ ਮੈਂ ਅਪੀਲ ਕਰ ਰਿਹਾ ਕਿ ਤੁਸੀਂ SSM ਛੱਡੋ, ਪਾਰਟੀ ਛੱਡੋ, ਤੁਸੀਂ ਕਿਸਾਨ ਅੰਦੋਲਨ ਚਾਹੋ, ਕਿਸਾਨ ਜਥੇਬੰਦੀ ਦੇ ਤੁਸੀਂ ਪ੍ਰਧਾਨ ਹੋ, ਕਿਸਾਨ ਜਥੇਬੰਦੀ ਦੇ ਪ੍ਰਧਾਨ ਰਹੋ ਤੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣ ਕੇ ਆਓ। MSP ਤੇ ਕਰਜ਼ੇ ਮੁਕਤੀ ਦੀ ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਤੇ ਕੇਸ ਵਾਪਸ ਕਰਾਉਣ ਲਈ ਆਪਾਂ ਲੜਾਈ ਅੱਗੇ ਲੜੀਏ। ਇੱਕ ਮੇਰੇ ਕੋਲ ਚਿੱਠੀ ਹੈ, ਉਹ ਸਾਰੇ ਕਿਤੇ ਵਾਇਰਲ ਹੋਈ ਹੈ। ਤੁਹਾਡੇ ਬਹੁਤੇ ਲੀਡਰਾਂ ਨੇ ਆਪ ਹੀ ਕਿਹਾ ਕਿ ਅੰਦੋਲਨ ਵੇਚਣ ਵਾਲੇ ਲੋਕ ਹੈਗੇ ਸੀਗੇ। ਮੈਂ ਇਹ ਸਵਾਲ ਨਹੀਂ ਕਰ ਰਿਹਾ ਡਾਕਟਰ ਦਰਸ਼ਨਪਾਲ, ਪਰ ਇਹ ਸਵਾਲ ਸਾਰੇ ਕਿਤੇ ਘੁੰਮਦਾ ਪਿਆ, ਅੰਦੋਲਨ ਕਿਸੇ ਨੇ ਵੇਚਿਆ ਸੀਗਾ? ਤੁਸੀਂ ਤਾਂ ਕਿਹਾ ਜਿੱਤਿਆ ਸੀ। ਨਹੀਂ, ਬਿਲਕੁਲ ਗਲਤ ਹੈ ਇਹ। ਦੇਖੋ ਇਹ ਫੈਕਟ ਇਹ ਹੈ ਕਿ ਕੁਝ ਆਗੂਆਂ ਦੀ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਸੀ, ਠੀਕ ਹੈ। ਉਹ ਗੱਲਬਾਤ ਦੇ ਦੌਰਾਨ ਉਹਨਾਂ ਨੇ ਜੋ ਅਧਿਕਾਰੀਆਂ ਨਾਲ ਗੱਲਬਾਤ ਹੋਈ, ਉਹਦੇ ਸੁਜੈਸ਼ਨ ਜੋ ਵੀ ਉਹਨਾਂ ਦੇ ਬਣਿਆ ਅੰਡਰਸਟੈਂਡਿੰਗ ਬਣੀ ਸੀ, ਉਹ ਅੰਡਰਸਟੈਂਡਿੰਗ ਨੂੰ ਗਵਰਨਮੈਂਟ ਨੂੰ ਉਹਨਾਂ ਨੇ ਲਿਖਿਆ ਕਿ ਤੁਹਾਡੇ ਅਧਿਕਾਰੀਆਂ ਨਾਲ ਸਾਡੀ ਆਹ ਗੱਲਬਾਤ ਹੋਈ ਹੈ। ਉਹ ਗੱਲਬਾਤ ਦੇ ਵਿੱਚ 1 2 3 ਕਰਕੇ ਹੈ ਕਿ ਅਸੀਂ ਇੱਥੇ ਪਹੁੰਚ ਕੇ ਸਿੱਟੇ ਤੇ ਇੱਥੇ ਸਾਡੇ ਡਿਫਰੈਂਸਿਸ ਨੇ। ਮੈਂ ਵੀ ਚਿੱਠੀ ਪੜ੍ਹੀ ਆ ਉਹ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਅਗਲੇ ਰਾਉਂਡ ਦੀ ਸਰਕਾਰ ਦੇ ਨਾਲ। ਇਨਸੀਡੈਂਟਲੀ ਉਹ ਤੋਂ ਜਲਦੀ ਹੀ ਬਾਅਦ ਲਖੀਮਪੁਰ ਖੀਰੀ ਦਾ ਕਾਂਡ ਵਾਪਰ ਗਿਆ। ਲਖੀਮਪੁਰ ਖੀਰੀ ਦੇ ਕਾਂਡ ਨੂੰ ਫਿਰ BJP ਨੇ ਬਹੁਤ ਸੀਰੀਅਸਲੀ ਲੈ ਕੇ ਅੰਦੋਲਨ ਨੂੰ 19 ਨਵੰਬਰ, ਇਹ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਾਪਰਿਆ, 19 ਨਵੰਬਰ ਨੂੰ ਪ੍ਰਧਾਨ ਮੰਤਰੀ ਜੀ ਅਨਾਉਂਸ ਕਰ ਦਿੰਦੇ ਨੇ। ਸੋ ਚਿੱਠੀ ਜਾਂ ਗੱਲਬਾਤ ਵਿੱਚ ਹੀ ਰੋਲ ਕੇ ਰਹਿ ਗਈ। ਹਾਲਾਂਕਿ ਅਗਰ ਲਖੀਮਪੁਰ ਖੀਰੀ ਨਾ ਹੁੰਦਾ, 19 ਨਵੰਬਰ ਨੂੰ ਨਾ ਹੁੰਦਾ, ਹੋ ਸਕਦਾ ਕਿ ਇਹ ਜਿਹੜੇ ਸੁਝਾਅ ਸੀ ਇਹ ਡਿਸਕਸ਼ਨ 'ਚ ਆਉਂਦੇ। ਪਰ ਗਲਤ ਗੱਲ ਜਿਹੜੀ ਕੀਤੀ ਹੈ ਇਹਨਾਂ ਆਗੂਆਂ ਨੇ ਜੋ ਗੱਲਬਾਤ ਕਰਕੇ ਗਏ ਸੀ, ਉਹਨਾਂ ਨੇ ਟਰਾਂਸਪੇਰੈਂਟ ਵੇ ਦੇ ਨਾਲ, ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਫੋਰਮ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਰੱਖ ਲੈਣਾ ਚਾਹੀਦਾ ਸੀ। ਚਲੋ ਇੱਕ ਹੋਰ ਥੋੜਾ ਬ੍ਰੇਕ ਲਵਾਂਗੇ। ਡਾਕਟਰ ਦਰਸ਼ਨਪਾਲ ਤੁਹਾਡੇ ਕੋਲ ਵਾਪਸ ਆ ਰਹੇ ਹਾਂ, ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਤੇ ਵਾਪਸ ਆ ਕੇ ਉਹ ਸਾਰੇ ਸਵਾਲ ਹੋਣਗੇ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਜਦੋਂ ਇਹ ਕਹਿੰਦਾ ਕਿ ਅਸੀਂ ਦੁਬਾਰਾ ਅੰਦੋਲਨ ਛੇੜ ਸਕਦੇ ਹਾਂ, ਉਦੋਂ ਵੀ ਇਹਨਾਂ ਨੇ ਕਿਹਾ ਸੀ ਅੰਦੋਲਨ ਅਸੀਂ ਮੁਕਾ ਨਹੀਂ ਰਹੇ, ਅੰਦੋਲਨ ਮੁਲਤਵੀ ਕਰ ਰਹੇ ਹਾਂ। ਜੇ ਦੁਬਾਰਾ ਅੰਦੋਲਨ ਛੇੜ ਸਕਦੇ ਆ ਤਾਂ ਫਿਰ ਉਹ ਸਵਾਲ ਆ ਜਿਹੜੇ ਉਹ ਦੁਬਾਰਾ ਪੁੱਛੇ ਜਾਣੇ ਚਾਹੀਦੇ ਆ ਕਿ ਅੰਦੋਲਨ ਤੇ ਜਿਹੜੇ ਸਵਾਲ ਉੱਠੇ ਸੀਗੇ ਉਹਨਾਂ ਦਾ ਜਵਾਬ ਕੀ ਹੈਗਾ। ਇਸੇ ਕਰਕੇ ਡਾਕਟਰ ਦਰਸ਼ਨਪਾਲ ਤੋਂ ਉਹ ਸਾਰੇ ਸਵਾਲਾਂ ਦਾ ਜਵਾਬ ਲੈ ਰਹੇ ਹਾਂ, ਵਾਪਸ ਆ ਕੇ ਫਿਰ ਪੁੱਛਾਂਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਦਰਸ਼ਨਪਾਲ, ਇੱਕ ਸਵਾਲ ਇਹ ਉੱਠਦਾ ਸੀਗਾ, ਹੋ ਸਕਦਾ ਕਿ ਤੁਹਾਨੂੰ ਇਹਨਾਂ ਸਵਾਲਾਂ ਤੋਂ ਤਕਲੀਫ ਵੀ ਹੋਵੇ ਥੋੜੀ ਬਹੁਤ, ਕਿਉਂ ਇਹ ਜਿਹੇ ਸਵਾਲ ਪੁੱਛੇ ਜਾ ਰਹੇ ਆ, ਪਰ ਇਹ ਲੋਕਾਂ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ। ਤੁਹਾਡੇ ਕੁਝ ਲੀਡਰਾਂ ਨੇ ਸਵਾਲ ਚੁੱਕੇ ਸੀਗੇ ਕਿ ਇੰਨਾ ਪੈਸਾ ਇਕੱਠਾ ਹੋਇਆ ਸੀ, ਕਿੱਥੇ ਗਿਆ? ਡਾਕਟਰ ਦਰਸ਼ਨਪਾਲ, ਇਹ ਸਵਾਲ ਤੁਹਾਨੂੰ ਚੁਭੂਗਾ ਵੀ, ਇਹ ਕਿਉਂ ਪੁੱਛਿਆ ਜਾ ਰਿਹਾ? ਨਹੀਂ, ਮੈਨੂੰ ਨਹੀਂ ਚੁਭਦਾ। ਜੋ ਦੇਖੋ ਪੈਸਾ ਜਿਹੜਾ ਮੈਂ ਪੰਜਾਬ ਦੀਆਂ 32 ਜਥੇਬੰਦੀਆਂ ਦਾ ਹਿੱਸਾ ਸੀ। 32 ਜਥੇਬੰਦੀਆਂ ਨੇ ਜਦੋਂ ਸਿੰਘੂ ਬਾਰਡਰ ਤੇ ਅੰਦੋਲਨ ਸ਼ੁਰੂ ਹੋਇਆ, ਉਦੋਂ ਜਾ ਕੇ 3 ਮੈਂਬਰੀ ਇੱਕ ਟੀਮ ਬਣਾਤੀ ਸੀ, ਟ੍ਰਾਇਰਸ ਦੀ ਟੀਮ, ਨੰਬਰ 1। ਉਹ ਤੋਂ ਬਾਅਦ ਇੱਕ ਖਰਚੇ ਦੀ ਟੀਮ ਬਣਾਤੀ ਸੀ, ਨੰਬਰ 3। ਉਸ ਤੋਂ ਬਾਅਦ ਇੱਕ ਉਸ ਖਰਚੇ ਨੂੰ ਚੈੱਕ ਕਰਨ ਵਾਲੀ ਟੀਮ ਬਣਾਤੀ ਸੀ। ਇਸ ਕਰਕੇ ਉਹ ਜਿਹੜਾ ਖਰਚੇ ਦਾ ਹਿਸਾਬ ਕਿਤਾਬ ਹੈ ਉਹ ਚ ਰਮਿੰਦਰ ਹੁਣੀ ਹੋਰ ਵਿੱਚ ਦਿੰਦੇ ਰਹੇ ਨੇ। ਲੇਕਿਨ ਇਹ ਗੱਲ ਸਹੀ ਹੈ ਕਿ ਜੋ ਖਰਚੇ ਤੋਂ ਬਾਅਦ
ਪੂਰੇ ਉਹਦਾ ਹਿਸਾਬ ਕਿਤਾਬ ਜੋ ਹੋਣਾ ਸੀ ਉਹ ਅੰਦੋਲਨ ਦੇ ਵਿੱਚ ਆ ਕੇ ਸੰਕਟ ਆਉਣ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਬਣਨ ਤੋਂ ਬਾਅਦ ਅੱਡੋ ਅੱਡ ਡੱਲੇਵਾਲ ਸਾਹਿਬ ਹੁਣੀ ਤੇ ਕੁਝ ਗਰੁੱਪ ਅਸੀਂ ਵੀ ਉਹਨਾਂ ਦੇ ਨਾਲ ਹੋ ਗਏ। ਇਹ ਜਿਹੜਾ ਉਸ ਜਿਹੜੀ ਬਣਨੀ ਸੀ ਟੀਮ ਉਹਦਾ ਹਿਸਾਬ ਕਿਤਾਬ ਨਹੀਂ ਹੋਇਆ। ਲੇਕਿਨ ਮੈਂ ਕੇਪੀ ਜੀ ਤੁਹਾਨੂੰ ਇਹ ਗੱਲ ਬੜੀ ਕਲੀਅਰ ਕਰਦਾ ਤੁਹਾਡੇ ਰਾਹੀਂ ਸਰੋਤਿਆਂ ਨੂੰ ਕਿ ਇੱਕ ਪੈਸੇ ਦਾ ਹਿਸਾਬ ਹੋਊਗਾ, ਕਿੱਥੇ ਕਿੰਨਾ ਪੈਸਾ ਹੈ ਸਾਰਿਆਂ ਨੂੰ ਜਾਣਕਾਰੀ ਹੈ ਕਿ ਸਿੰਘੂ ਬਾਰਡਰ ਤੋਂ ਕਿੰਨਾ ਹੋਇਆ, ਟਿਕਰੀ ਬਾਰਡਰ ਤੋਂ ਕਿੰਨਾ ਹੋਇਆ ਤੇ ਉਧਰੋਂ ਆਪਣਾ ਗਾਜ਼ੀਪੁਰ ਬਾਰਡਰ ਤੇ ਕਿੰਨਾ ਹੋਇਆ। ਤੇ ਕੈਦ ਸਾਹਿਬ ਉਹਨਾਂ ਨੂੰ ਪਤਾ ਕਿੰਨਾ ਹੋਇਆ, ਉਹਨਾਂ ਕੋਲ ਪਰਚੀਆਂ ਕੱਟੀਆਂ ਹੋਈਆਂ ਨੇ, ਸਿੰਘੂ ਬਾਰਡਰ ਦਾ ਹੈ, ਟਿਕਰੀ ਬਾਰਡਰ ਦਾ ਹੈ। ਸੋ ਇਹ ਮੋਰਚੇ ਦੀ ਜਿਹੜੀ ਡਿਸਯੂਨਿਟੀ ਸੀ ਉਹਦੇ ਕਰਕੇ ਕੁਝ ਸਮੱਸਿਆਵਾਂ ਆਈਆਂ ਨੇ। ਪੈਸੇ ਦੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸਾਨ ਆਗੂ ਜਾਂ ਕਿਸਾਨ ਜਥੇਬੰਦੀ ਬੇਈਮਾਨੀ ਕਰੂਗੀ। ਜੇ ਕੋਈ ਕਰੂਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ। ਲੇਕਿਨ ਅੱਜ ਤੱਕ ਦੀ ਪ੍ਰਸਥਿਤੀ ਇਹ ਹੈ ਕਿ ਹਿਸਾਬ ਕਿਤਾਬ ਦੇ ਵਿੱਚ ਜਿਵੇਂ ਮੰਨ ਲਓ 1 ਕਰੋੜ ਕੁਛ ਲੱਖ ਰੁਪਈਆ ਹਜੇ ਤੱਕ ਕਿਸਾਨ ਆਗੂਆਂ ਦੇ ਕੋਲ ਪਿਆ, ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਦਾ ਮਿਲਾ ਕੇ ਉਹਦਾ ਹਿਸਾਬ ਕਿਤਾਬ ਹੋਊਗਾ, ਕਿਹਦੇ ਕੋਲ ਕਿੰਨਾ ਪਿਆ ਸਾਰੇ ਉੱਥੇ ਮੰਨਦੇ ਨੇ। ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਅਸਲ ਚ ਮੋਰਚਾ ਵਿਰੋਧੀਆਂ ਦਾ, ਇਹ ਬੀਜੇਪੀ RSS ਦੇ ਬੰਦੇ ਨੇ ਜਿਹੜੇ ਇਸ ਕਿਸਮ ਦਾ ਵਿਰੋਧ ਕਰ ਰਹੇ ਨੇ। ਇਹ ਮੈਨੂੰ ਇਸ ਗੱਲ ਤੇ ਗੁੱਸਾ ਨਹੀਂ ਆਉਂਦਾ, ਬਹੁਤ ਹੈਰਾਨੀ ਆਉਂਦੀ ਹੈ ਕਿ ਲੋਕ ਕਿਉਂ ਐਡੇ ਵੱਡੇ ਜਿਹੜੇ ਲੋਕ ਇਹ ਕਹਿੰਦੇ ਸੀ ਜਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ ਜਾਂ ਘਰ ਵਾਪਸੀ ਜਾਂ ਕਾਨੂੰਨ ਵਾਪਸੀ, ਜਿਹੜੇ ਲੋਕ ਲਗਾਤਾਰ ਜੇਲ੍ਹਾਂ ਜਾਣ ਲਈ ਤਿਆਰ ਸੀ, ਕੀ ਉਹ ਪੈਸਿਆਂ ਪਿੱਛੇ ਬੇਈਮਾਨੀ ਕਰਨਗੇ? ਬਿਲਕੁਲ ਨਹੀਂ ਹੋ ਸਕਦਾ। ਮੈਂ ਇਹ ਦਾਅਵੇ ਨਾਲ ਕਹਿੰਦਾ ਔਰ ਬੱਚੀ ਦੀਆਂ ਬੱਤੀ ਜਥੇਬੰਦੀਆਂ ਔਰ ਪੂਰੇ ਮੋਰਚੇ ਨੇ ਬਹੁਤ ਟ੍ਰਾਂਸਪੇਰੈਂਸੀ ਨਾਲ ਲੜਾਈ ਕੀਤੀ ਹੈ। ਪੈਸੇ ਦੇ ਮਾਮਲੇ ਵਿੱਚ ਨਾ ਹੋਇਆ ਸੀ, ਨਾ ਹੋਊਗਾ, ਨਾ ਹੋਣ ਦੇਵਾਂਗੇ। ਦੁਬਾਰਾ ਤੁਸੀਂ ਮੋਰਚਾ ਲਗਾ ਸਕਦੇ ਹੋ ਡਾਕਟਰ ਰਸ਼ਨਪਾਲ ਜੇ ਸਰਕਾਰ ਨੇ ਤੁਹਾਡੀ ਮੰਗ ਨਾ ਮੰਨੀ ਤਾਂ? ਕੇਪੀ ਜੀ ਦੇਖੋ, ਮੈਂ ਤੁਹਾਨੂੰ ਦੋ ਚੀਜ਼ਾਂ ਬੜੀਆਂ ਕਲੀਅਰ ਕਰਾਂ। ਨੰਬਰ 1 ਕਿ ਸਲੇ ਦਿੱਲੀ ਵਾਲੇ ਵਾਪਸ ਹੋਏ ਨੇ ਕਿ ਨਹੀਂ ਹੋਏ ਸਾਨੂੰ ਸਪਸ਼ਟ ਨਹੀਂ ਕੀਤਾ। ਨੰਬਰ 2 MSP ਦਾ ਮੁੱਦਾ ਪਹਿਲੀ ਵਾਰ ਰਿਸ਼ਤੇ ਪੈਮਾਨੇ ਤੇ ਕਿਸਾਨਾਂ ਦੇ ਵਿੱਚ ਇੰਨਾ ਪ੍ਰੈਸਿਪੀਟੇਟ ਹੋਇਆ, ਕ੍ਰਿਸਟਲਾਈਜ਼ ਹੋਇਆ। MSP ਦੇ ਮੁੱਦੇ ਤੇ ਪਹਿਲੀ ਵਾਰ ਸਾਰੇ ਕਿਸਾਨਾਂ ਨੇ ਇਕਜੁੱਟ ਆਵਾਜ਼ ਉਠਾ ਕੇ ਸ਼ੁਰੂ ਕੀਤੀ ਹੈ ਕਿ ਸਾਨੂੰ MSP ਤੇ ਉਹਦੀ ਖਰੀਦ ਹੈ ਜਿਹੜੀ ਉਹਦੀ ਗ੍ਰਿਫਤੀ ਕਰਨ ਲਈ ਕਾਨੂੰਨ ਬਣਾਓ। ਅਗਲੀ ਗੱਲ ਇਹ ਹੈ ਕਿ ਉਸੇ ਸਮੇਂ ਦੇਸ਼ ਦੇ ਵਿੱਚ ਕਿਸਾਨਾਂ ਦੀ ਕੋਆਰਡੀਨੇਸ਼ਨ ਤੇ ਸਿਰਫ ਪੰਜਾਬ ਦੇ ਅੰਦਰ ਥੋੜੀ ਬਹੁਤੀ ਮੁੜਬੁੜ ਰਹੀ ਹੈ, ਲੇਕਿਨ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਕਿਸਾਨ ਸੰਗਠਨ ਨੇ ਉਹਨਾਂ ਦੇ ਵਿੱਚ ਇੱਕ ਸੰਯੁਕਤ ਕਿਸਾਨ ਮੋਰਚਾ ਬਣਨ ਤੋਂ ਬਾਅਦ ਹਰ ਜਗ੍ਹਾ ਸੰਯੁਕਤ ਕਿਸਾਨ ਮੋਰਚਾ ਬਣ ਚੁੱਕਿਆ ਹੈ। ਸੋ ਸੰਯੁਕਤ ਕਿਸਾਨ ਮੋਰਚਾ ਇੱਕ ਪਾਸੇ, MSP ਦੂਸਰੇ ਪਾਸੇ, 2024 ਤੀਸਰੇ ਪਾਸੇ। ਆਉਣ ਵਾਲੇ ਸਮੇਂ ਦੇ ਅੰਦਰ ਹਰਿਆਣਾ, ਰਾਜਸਥਾਨ ਦੇ ਅੰਦਰ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਔਰ ਮੈਂ ਕਹੂੰਗਾ ਕਿ ਹਾਈ ਟਾਈਮ ਜਿਹਦੇ ਵਿੱਚ ਚੀਜ਼ਾਂ ਨੂੰ ਸੋਲਵ ਕਰਨ ਲਈ ਕਿਸਾਨਾਂ ਦੇ ਕੋਲ ਬਹੁਤ ਵਧੀਆ ਮੌਕਾ ਹੈ। ਬਿਲਕੁਲ ਹੋਵੇ ਜਿਵੇਂ ਯੂਪੀ ਤੋਂ ਪਹਿਲਾਂ ਉਹਨਾਂ ਨੂੰ 3 ਕਾਨੂੰਨ ਵਾਪਸ ਲੈਣੇ ਪਏ, 2024 ਤੋਂ ਪਹਿਲਾਂ ਇਹਨਾਂ ਨੂੰ MSP ਤੇ ਕਰਜ਼ੇ ਦੀ ਮੁਕਤੀ ਉਹਦੇ ਬਾਰੇ ਫੈਸਲਾ ਕਰਨਾ ਪਊਗਾ। ਤੇ 2024 ਜਿਹੜੇ ਕਿਸਾਨ ਅੰਦੋਲਨ ਦੇ ਪਿਛਲੇ ਨਾਲ ਦੇਸ਼ ਦੀ ਜਨਤਾ ਬੀਜੇਪੀ ਤੇ ਆਗੂਆਂ ਨੂੰ ਸਬਕ ਸਿਖਾਉਣ ਵਾਸਤੇ ਮੈਦਾਨ ਦੇ ਵਿੱਚ ਸ਼ੁਰੂ ਹੀ ਆਊਗੀ। ਡਾਕਟਰ ਰਸ਼ਨਪਾਲ ਇੱਕ ਚੀਜ਼ ਤੁਸੀਂ ਹੋਰ ਮੈਨੂੰ ਸਾਫ਼ ਕਰ ਦਿਓ ਤਾਂ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਕਿ ਪੰਜਾਬ ਨੂੰ ਨੁਮਾਇੰਦਗੀ ਨਹੀਂ ਮਿਲੇਗੀ, ਤੇ ਜਿਹੜੀ ਇਹ ਨੁਮਾਇੰਦਗੀ ਵਾਲਾ ਸਵਾਲ ਹੈ ਤੁਸੀਂ ਪੰਜਾਬ ਸਰਕਾਰ ਦੀ ਸਪੋਰਟ ਕਰਦੇ ਪਏ ਹੋ ਜਾਂ ਪੰਜਾਬ ਸਰਕਾਰ ਤੁਹਾਡੀ ਸਪੋਰਟ ਤੇ ਉਤਰ ਆਈ ਹੈ ਜਾਂ ਬਾਕੀ ਪੋਲੀਟੀਕਲ ਪਾਰਟੀਆਂ ਤੁਹਾਡੀ ਸਪੋਰਟ ਤੇ ਉਤਰ ਆਈਆਂ, ਤੁਹਾਡੇ ਮੁਤਾਬਕ ਉਹ ਚੱਲ ਰਹੀਆਂ ਜਾਂ ਉਹ ਆਪਦਾ ਏਜੰਡਾ ਤੈਅ ਕਰਦੀਆਂ ਪਈਆਂ? ਨਹੀਂ ਕੇਪੀ ਜੀ ਦੇਖੋ, ਮੈਂ ਇਹ ਕਹੂੰਗਾ ਕਿ ਚਾਹੇ ਨੁਮਾਇੰਦਗੀ, ਵੈਸੇ ਤਾਂ ਮੈਂ ਜਦੋਂ ਦੇਖਦਾ ਹੈ ਕਿ ਉਹ ਸੂਬਿਆਂ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ, ਯੂਪੀ ਨੂੰ, ਹਰਿਆਣੇ ਨੂੰ, ਪੰਜਾਬ ਨੂੰ, ਜਿਹਦੇ ਵਿੱਚ ਕਾਫੀ ਇੰਪੋਰਟੈਂਟ ਮੂਵਮੈਂਟ ਦਾ ਹਿੱਸਾ ਸੀ ਔਰ ਕਾਫੀ ਕਿਸਾਨ ਨੇ ਜਿਹੜੇ ਇੱਥੇ ਸਬਸਿਡੀਆਂ ਦੇ ਉੱਤੇ ਡਿਪੈਂਡੈਂਟ ਨੇ ਔਰ ਕਿਸਾਨ MSP ਤੇ ਮੰਡੀ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਨੇ, ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਨੁਮਾਇੰਦਗੀ ਨਹੀਂ ਦਿੱਤੀ। ਪਰ ਮੈਂ ਗੱਲ ਬੜੀ ਕਲੀਅਰ ਕਰਨੀ ਚਾਹੁੰਦਾ, ਭਗਵੰਤ ਮਾਨ ਜੀ ਨੇ ਚਿੱਠੀ ਲਿਖੀ ਹੈ, ਉਹਨਾਂ ਦੀ ਪਾਰਟੀ ਕਹਿੰਦੀ ਹੈ, ਕਾਂਗਰਸ ਪਾਰਟੀ ਕਹਿੰਦੀ ਹੈ, ਅਕਾਲੀ ਦਲ ਵੀ ਕਹਿੰਦਾ, ਪਰ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਅਗਰ ਪ੍ਰੈਜ਼ੈਂਟ ਫਰੇਮਵਰਕ ਦੇ ਅੰਦਰ ਪੰਜਾਬ ਦੇ ਵਿੱਚੋਂ 10 ਬੰਦੇ ਵੀ ਚਲੇ ਜਾਣ ਕਮੇਟੀ 'ਚ, ਪ੍ਰੈਜ਼ੈਂਟ ਫਰੇਮਵਰਕ ਦੇ ਵਿੱਚ ਇਨਸਾਫ ਨਹੀਂ ਮਿਲੂਗਾ। ਤੁਸੀਂ ਏਜੰਡਾ ਤੈਅ ਕਰਨਾ ਹੋਊਗਾ ਵੀ ਕਿਸ ਏਜੰਡੇ ਤੇ ਗੱਲ ਕਰਨੀ ਹੈ। ਅਗਰ ਏਜੰਡਾ ਹੀ ਨਹੀਂ ਹੈ ਕੋਈ ਠੀਕ ਤੁਹਾਡਾ ਉੱਤੇ ਗੱਲ ਕਰਨ ਲਈ, ਤਾਂ ਤੁਸੀਂ ਜਾ ਕੇ ਉੱਥੇ ਕੀ ਕਰੋਗੇ?
ਸੋ ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ, ਇਹਨਾਂ ਸੂਬਿਆਂ ਨੂੰ ਵੈਸੇ ਆਪਣੇ ਅਧਿਕਾਰ ਲਈ ਲੜਨਾ ਚਾਹੀਦਾ ਹੈ, ਸਰਕਾਰ ਨੂੰ ਵੀ ਲੜਨਾ ਚਾਹੀਦਾ ਹੈ ਕਿ ਸਾਡੇ ਬੁੱਧੀਜੀਵੀ, ਸਾਡੇ ਐਗਰੋ ਇਕਨੋਮਿਸਟ, ਸਾਡੀਆਂ ਯੂਨੀਵਰਸਿਟੀਆਂ ਦੇ ਜਿਹੜੇ ਉਹ ਕੀ ਮੂਰਖ ਸੀਗੇ, ਇਹਨਾਂ ਨੂੰ ਲੜਨਾ ਚਾਹੀਦਾ ਕਿ ਵਿਤਕਰਾ ਹਰਿਆਣੇ ਪੰਜਾਬ 'ਚ ਉਹਦੇ ਨਾਲ ਕਿਉਂ, ਯੂਪੀ ਨਾਲ ਕਿਉਂ। ਪਰ ਮੈਂ ਇਹ ਕਹਿੰਦਾ ਕਿ ਐਸਕੇਐਮ ਦਾ ਜੋ ਸੋਚਣ ਦਾ ਤਰੀਕਾ ਹੈ ਉਹ ਡਿਫਰੈਂਟ ਹੈ। ਐਸਕੇਐਮ ਸੋਚਦਾ ਕਿ ਜਦੋਂ ਤੱਕ ਏਜੰਡਾ ਸਪਸ਼ਟ ਨਹੀਂ ਹੈ, ਕਲੀਅਰ ਕੱਟ ਨਹੀਂ ਹੈ, ਇੰਨਾ ਗੋਲਮੋਲ ਏਜੰਡਾ, ਤੁਸੀਂ ਦੱਸੋ ਜ਼ੀਰੋ ਬਜਟ ਖੇਤੀ ਕੋਈ ਏਜੰਡਾ ਹੈ? ਜ਼ੀਰੋ ਬਜਟ ਹੋਊਗਾ ਕਦੇ ਖੇਤੀ 'ਚ? ਕਿਹੜੀ ਦੁਨੀਆ ਦੇ ਕਿਹੜੇ ਹਿੱਸੇ ਜ਼ੀਰੋ ਬਜਟ ਖੇਤੀ ਹੈ? ਆ ਨੈਚੁਰਲ ਫਾਰਮ ਤੇ ਜ਼ੀਰੋ ਬਜਟ ਖੇਤੀ ਲੰਕਾ ਵਾਲੇ ਨੇ ਕੀਤੀ ਜੀ, ਲੋਕ ਭੁੱਖੇ ਮਰਨ ਲੱਗੇ ਸੀ। ਡਾਕਟਰ ਦਰਸ਼ਨਪਾਲ, ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਮਾਫ ਕਰਨਾ। ਆ ਚਿੱਠੀ ਹੈ ਪੰਜਾਬ ਸਰਕਾਰ ਨੇ ਜਿਹੜੀ ਖੇਤੀਬਾੜੀ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ, ਸਾਰਿਆਂ ਨੂੰ ਲਿਖੀ ਹੈ। ਇਸ ਚਿੱਠੀ ਦੇ ਵਿੱਚ ਤੁਸੀਂ ਇਹ ਚਾਹੁੰਦੇ ਹੋ ਕਿ ਗਜ਼ਟ ਨੋਟੀਫਿਕੇਸ਼ਨ ਦੇ ਵਿੱਚ ਬਦਲਾਅ ਦੀ ਗੱਲ ਲਿਖੀ ਜਾਵੇ? ਕੀ ਚਾਹੁੰਦੇ ਹੋ ਤੁਸੀਂ? ਮੈਂ ਇਹ ਚਾਹੁੰਦਾ ਕਿ ਜੋ ਐਮਐਸਪੀ ਵਾਲੇ ਤਿੰਨ ਲਾਈਨਾਂ ਨੇ, ਉਸ 3 ਲਾਈਨਾਂ ਦੇ ਵਿੱਚ ਚੌਥੀ ਲਾਈਨ ਇਹ ਡਾਲ ਦਿੱਤੀ ਜਾਵੇ, ਸਬ ਕਲੌਜ਼ ਇਹ ਡਾਲ ਦਿੱਤੀ ਜਾਵੇ ਕਿ ਐਮਐਸਪੀ ਵਾਸਤੇ ਲੀਗਲ ਗਰੰਟੀ ਦੇਣ ਵਾਲਾ ਇੱਕ ਕਾਨੂੰਨ ਵੀ ਇਹ ਕਮੇਟੀ ਡਰਾਫਟ ਕਰੂਗੀ। ਬਸ ਠੀਕ ਇਹ ਡਾਲ ਦੇ। ਸਾਨੂੰ ਅਸੀਂ 3 ਨਹੀਂ 1 ਬੰਦਾ ਭੇਜਾਂਗੇ, ਪੰਜਾਬ ਸਰਕਾਰ ਭੇਜੇ ਨਾ ਭੇਜੇ, ਅਸੀਂ ਸਾਰਾ ਦੇਸ਼ ਦਾ ਨੈਟਵਰਕ ਬੁੱਧੀਜੀਵੀਆਂ ਦਾ, ਪੋਲੀਟੀਕਲ ਸਾਇੰਟਿਸਟਾਂ ਦਾ, ਐਕਟਿਵਿਸਟਾਂ ਦਾ, ਐਗਰੀਕਲਚਰ ਦਾ, ਅਸੀਂ ਬਾਹਰੋਂ ਲਾ ਕੇ ਇੱਕ ਬੰਦੇ ਨੂੰ ਇਹ ਕਾਨੂੰਨ ਬਣਾ ਕੇ ਭੇਜਾਂਗੇ ਵੀ ਇਹ ਤੂੰ ਜਾ ਕੇ 29 ਫਿਰ 28 ਬੰਦੇ ਨੇ ਉਹਨਾਂ ਨਾਲ ਡਿਬੇਟ ਕਰ ਵੀ ਇਹ ਕਾਨੂੰਨ ਗਲਤ। ਠੀਕ ਹੈ ਡਾਕਟਰ ਦਰਸ਼ਨਪਾਲ, ਇੱਕ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਹਮੇਸ਼ਾ ਇਕੱਠਾ ਤੋਂ ਤੁਰਿਆ ਆ ਰਿਹਾ, ਉਸ ਤੋਂ ਬਾਅਦ ਜੈ ਵਿਗਿਆਨ ਵੀ ਸ਼ਾਮਲ ਕਰ ਦਿੱਤਾ ਗਿਆ, ਅਲੱਗ-ਅਲੱਗ ਸਲੋਗਨ ਜਿਹੜੇ ਸਾਡੇ ਸਾਹਮਣੇ ਆਏ। ਤੇ ਜਦੋਂ ਤੁਸੀਂ ਮੋਰਚਾ ਲਾਇਆ ਸੀ ਉਦੋਂ ਕਿਸਾਨ ਤੇ ਜਵਾਨ ਦੀ ਇਕੱਠੀ ਗੱਲ ਹੋਈ। ਮਿਸਟਰ ਰਾਜਨਾਥ ਹਰਾ ਨੇ ਇੱਕ ਬਿਆਨ ਦਿੱਤਾ ਸੀ, ਤੁਹਾਨੂੰ ਯਾਦ ਹੋਊਗਾ, ਉਦੋਂ ਥੋੜੇ ਤੁਸੀਂ ਸ਼ਾਂਤ ਹੋਏ ਸੀ, ਉਸ ਤੋਂ ਪਹਿਲਾਂ ਇਹ ਮੁੱਦਾ ਗਰਮ ਹੋ ਗਿਆ ਸੀਗਾ। ਹੁਣ ਫਿਰ ਤੁਸੀਂ ਅਗਨੀਪਥ ਤੇ ਅਗਨੀਵੀਰ ਦੇ ਵਿਚਾਲੇ ਆਪਣੇ ਆਪ ਨੂੰ ਖੜਾ ਕਰ ਰਹੇ ਹੋ, ਤੁਸੀਂ ਉਧਰ ਕਿਉਂ ਜਾ ਰਹੇ ਹੋ? ਇਹ ਸਵਾਲ ਵੀ ਤੁਹਾਡੇ ਤੋਂ ਪੁੱਛਿਆ ਜਾ ਰਿਹਾ। ਉਹਦੇ ਚ ਕੇਪੀ ਜੀ ਮੈਂ ਬੜੇ ਕਲੀਅਰ ਕਰਾਂ ਤੁਹਾਨੂੰ, ਅਸੀਂ ਜੋ ਸਟੱਡੀ ਕੀਤਾ ਅਗਨੀਪਥ ਨੂੰ, ਅਗਨੀਪਥ ਤੇ ਅਗਨੀਵੀਰ ਨੇ ਜਿਹੜੇ, ਇਹਦਾ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਹੈ ਉਹ ਸਾਡੇ ਉਹਨਾਂ ਇਲਾਕਿਆਂ ਤੇ ਹੋ ਰਿਹਾ ਜਿਹੜੇ ਇਲਾਕਿਆਂ ਦੇ ਵਿੱਚ ਕਿਸਾਨ ਅੰਦੋਲਨ ਮਜ਼ਬੂਤ ਸੀ। ਇੱਕ ਦੂਸਰਾ, ਕਿਉਂਕਿ ਮੈਂ ਪੰਜਾਬੀ ਹਾਂ, ਮੈਂ ਗੱਲ ਕਲੀਅਰ ਕਰਦਾ ਕਿ ਵੈਸੇ ਤਾਂ ਜਨਰਲੀ ਹੀ ਅਗਨੀਪਥ ਦੀ ਯੋਜਨਾ ਮੈਂ ਵਿਰੋਧ ਚ, ਕਿਉਂਕਿ ਕਿਸੇ ਨੌਜਵਾਨ ਬੰਦੇ ਨੂੰ 4 ਸਾਲ ਦੀ ਕੰਮ ਕਰਾਓ, ਫਿਰ ਉਹਨਾਂ ਦੇ 75% ਨੂੰ ਵਾਪਸ ਭੇਜ ਦਿਓ, ਕੋਈ ਪੈਨਸ਼ਨ ਨਹੀਂ, ਕੋਈ ਸਮਾਜਿਕ ਸੁਰੱਖਿਆ ਨਹੀਂ, ਕੁਛ ਨਹੀਂ। ਲੇਕਿਨ ਮੈਂ ਪੰਜਾਬ ਦੇ ਜੋ ਸਟੱਡੀ ਹੋਈ ਹੈ ਉਹ ਇਹ ਕਿ ਪੰਜਾਬ ਦੇ ਵਿੱਚੋਂ ਅਗਰ 20,000 ਨੌਜਵਾਨ ਭਰਤੀ ਹੁੰਦੇ ਸੀ ਤਾਂ ਇਸ ਵਾਰ ਉਹਨਾਂ ਦੇ ਵਿੱਚੋਂ ਕੇਵਲ 1/4 ਹੀ ਹੋਣਗੇ, 1/4 ਹੋਣਗੇ, 5,000 ਹੋਣਗੇ। ਸਿਮਿਲਰਲੀ ਹਰਿਆਣੇ 1/3 ਹੋਣਗੇ। ਇਹ ਜਿਹੜਾ ਇਹ ਬਲਕਿ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਇਸ ਇਲਾਕੇ 'ਚ ਜਿੱਥੋਂ ਕੋਈ ਸਿੱਖ ਰੈਜੀਮੈਂਟ, ਜਾਟ ਰੈਜੀਮੈਂਟਾਂ ਬਣਦੀਆਂ ਸੀ, ਉਹਨਾਂ ਨੂੰ ਲਤਾੜ ਕੇ ਉੱਥੇ ਨੌਜਵਾਨ ਨੇ ਜਿਹੜੇ ਇਸੇ ਕਰਕੇ ਸੀ ਨਾਰਾ ਦਿੱਤਾ, ਜੈ ਕਿਸਾਨ ਜੈ ਜਵਾਨ, ਜੈ ਜਵਾਨ ਜੈ ਕਿਸਾਨ। ਮੈਂ ਅੱਗੇ ਜੋੜਦਾ ਹੈ, ਬਾਕੀਆਂ ਨੂੰ ਕਹਿਣਾ ਜੋੜੋ, ਜੈ ਬੇਰੁਜ਼ਗਾਰ ਨੌਜਵਾਨ ਵੀ ਨਾਲ ਜੋੜੋ, ਕਿਉਂਕਿ ਨੌਜਵਾਨਾਂ ਦੇ ਉੱਤੇ ਹਮਲਾ, ਕਿਸਾਨਾਂ ਦੇ ਉੱਤੇ ਹਮਲਾ, ਜਵਾਨਾਂ ਨੂੰ ਇਹ ਜਲੀਲ ਕਰਨ ਵਾਲੀ ਜਿਹੜੀ ਪਾਲਿਸੀ ਆਈ ਹੈ, ਇਸ ਕਰਕੇ ਇਹਦੇ ਖਿਲਾਫ 8 ਤਰੀਕ ਤੋਂ ਲੈ ਕੇ 15 ਅਗਸਤ ਤੱਕ ਅਸੀਂ ਸਾਰੇ ਦੇਸ਼ ਦੇ ਵਿੱਚ ਜਨਤਕ ਇਕੱਠ ਕਰਕੇ ਇਸ ਅਗਨੀਪਥ ਯੋਜਨਾ ਨੂੰ ਵਾਪਸ ਲੈਣ ਲਈ ਜੈ ਜਵਾਨ ਜੈ ਕਿਸਾਨ ਜੈ ਬੇਰੁਜ਼ਗਾਰ ਨੌਜਵਾਨ ਦੇ ਨਾਰੇ ਥੱਲੇ ਲਾਗੂ ਬਲਕਿ ਇੱਕ ਪ੍ਰੋਗਰਾਮ ਕਰਨ ਜਾ ਰਹੇ। ਇੱਕ ਆਖਰੀ ਸਵਾਲ ਡਾਕਟਰ ਦਰਸ਼ਨਪਾਲ, ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ 40 ਨੁਮਾਇੰਦੇ ਉੱਥੇ ਵਿਗਿਆਨ ਭਵਨ ਦੇ ਵਿੱਚ ਜਾ ਕੇ ਸਰਕਾਰ ਨਾਲ ਮੀਟਿੰਗਾਂ ਕਰਦੇ ਸੀ, ਹੁਣ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕਿੰਨੇ ਨੁਮਾਇੰਦੇ ਆ, ਕਿੰਨੀਆਂ ਜਥੇਬੰਦੀਆਂ, ਇਸ ਬਾਰੇ ਡਿਟੇਲ ਅੱਜ ਦੀ ਤਰੀਕ ਵਿੱਚ ਤੁਸੀਂ ਦੇ ਸਕਦੇ ਹੋ ਜਾਂ ਨਹੀਂ? ਦੇਖੋ ਮੇਰੇ ਮੁਤਾਬਕ ਜਿਹੜੇ 40 ਨੁਮਾਇੰਦੇ ਨੇ, 40 ਨੁਮਾਇੰਦੇ, ਉਹਨਾਂ ਦੇ ਵਿੱਚੋਂ 6 ਨੁਮਾਇੰਦੇ ਤਾਂ ਉਹ ਨੇ ਜਿਹੜੇ ਪੋਲੀਟੀਕਲ ਪਾਰਟੀ ਬਣਾ ਕੇ, 7ਵੇਂ ਨੁਮਾਇੰਦੇ ਨੇ ਜੱਲੇਵਾਲ ਸਾਹਿਬ, ਬਾਕੀ 33 ਨੁਮਾਇੰਦੇ ਨੇ ਜਿਹੜੇ ਟੈਕਟ ਨੇ। ਨਵੀਆਂ ਜਥੇਬੰਦੀਆਂ ਜਿਹੜੀਆਂ ਨੇ ਸਾਊਥ ਦੀਆਂ, ਈਸਟ ਦੀਆਂ ਹੋਣਗੀਆਂ, ਲੇਕਿਨ 40 ਨੁਮਾਇੰਦਿਆਂ ਦੇ ਵਿੱਚੋਂ 5 ਪੰਜਾਬ ਦੇ, 6 ਗੁਰਸਿੱਖ ਜੀ ਤੇ 7 ਜੱਲੇਵਾਲ ਸਾਹਿਬ, ਇਹ 7 ਨੁਮਾਇੰਦੇ ਮੈਂ ਕਹੂੰਗਾ ਅੱਜ ਕਿਸਾਨ ਮੋਰਚੇ ਦੇ ਉਹ 40 ਨੁਮਾਇੰਦੇ ਨਹੀਂ ਹੈਗੇ।
ਜਿਹੜੇ ਵਿਗਿਆਨ ਜਾਂਦੇ ਸੀ। 33 ਨੁਮਾਇੰਦਿਆਂ ਦਾ ਐਸਕੇਐਮ ਹੈ ਅੱਜ ਦੀ ਤਰੀਕ ਵਿੱਚ। ਤੇ ਨਹੀਂ ਕੇਪੀ ਜੀ, ਉਦੋਂ ਨਾ ਅਸਲ 'ਚ ਸ਼ੁਰੂ ਦੇ ਵਿੱਚ 40 ਦਾ ਇੱਕ ਫਾਰਮੂਲਾ ਬਣ ਗਿਆ ਸੀ। ਇਹ 33 ਨਾ 32 ਇਹ ਨਾ ਆਪਾਂ ਕਹੀਏ, ਇਹ ਅਸਲ 'ਚ ਕਿਉਂਕਿ ਸ਼ੁਰੂ ਦੇ ਵਿੱਚ ਅਸੀਂ ਗਏ ਸੀ, ਫਿਰ ਅਸੀਂ ਫੈਸਲਾ ਕਰ ਲਿਆ ਸੀ ਵੀ ਹੁਣ 32 ਤੋਂ ਬਾਅਦ ਅਸੀਂ 33 ਨਹੀਂ ਕਰਨੇ, 40 ਤੋਂ ਬਾਅਦ ਅਸੀਂ 41 ਨਹੀਂ ਕਰਨੇ। ਲੇਕਿਨ ਮੋਰਚਾ ਫੈਲਦਾ ਗਿਆ। ਉਦਾਹਰਨ ਦੇ ਤੌਰ ਤੇ ਜਿਵੇਂ ਮੋਰਚੇ ਦੇ ਵਿੱਚ ਤੁਸੀਂ ਦੇਖੋ ਕਿ ਅਗਰਾਹਾਂ ਜੀ ਆਏ, ਮੋਰਚੇ ਦੇ ਵਿੱਚ ਟਕੈਤ ਸਾਹਿਬ ਆਏ, ਬੇਸ਼ੱਕ ਉਹ 40 ਜਾਂਦੇ ਰਹੇ, ਲੇਕਿਨ ਸ਼ੁਰੂ 'ਚ ਸੰਯੁਕਤ ਕਿਸਾਨ ਮੋਰਚੇ 'ਚ ਨਹੀਂ ਸੀ ਹੈਗੇ। ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਤਾਂ ਅੱਜ ਦੇਸ਼ ਵਿਆਪੀ ਵੱਡੀ ਤਾਕਤ ਦੇ ਤੌਰ ਤੇ ਉੱਭਰ ਆਇਆ। ਚਲੋ ਇੱਕ ਹੋਰ ਆਖਰੀ ਸਵਾਲ ਲੈ ਲੈਣ ਦੇ ਨਾਲ ਜੁੜਿਆ ਹੋਇਆ। ਐਸਕੇਐਮ ਦਾ ਚਿਹਰਾ ਮਿਸਟਰ ਟਕੈਤ ਰਹੇ, ਮਿਸਟਰ ਰਾਜੇਵਾਲ ਰਹੇ, ਤੁਸੀਂ ਲੋਕ ਰਹੇ, ਇਸ ਵਕਤ ਐਸਕੇਐਮ ਦਾ ਚਿਹਰਾ ਕੌਣ ਹੈ? ਮੇਰਾ ਕਲੈਕਟਿਵ ਚਿਹਰਾ, ਇੱਕ ਚਿਹਰਾ ਨਹੀਂ ਕਿਸੇ ਨੂੰ ਕਹਿ ਸਕਦੇ ਆਪਾਂ। ਅਸੀਂ ਕੋਆਰਡੀਨੇਸ਼ਨ ਕਮੇਟੀ ਦੇ 5 ਲੋਕ ਆ, ਅੱਡ-ਅੱਡ ਪੰਜਾਬ ਦੀਆਂ ਜਥੇਬੰਦੀਆਂ ਦੇ ਸਾਥੀ ਨੇ। ਜਦੋਂ ਅੰਦੋਲਨ ਦੇਖੋ ਕੇਪੀ ਜੀ, ਚਿਹਰੇ ਬਣਦੇ ਨੇ ਸਟਰਗਲ 'ਚ, ਅੰਦੋਲਨ 'ਚ। ਅੰਦੋਲਨ ਜਿਵੇਂ ਸਟਾਰਟ ਹੋਊਗਾ ਉਦੋਂ ਕਈ ਜਿਹੜੇ ਚਿਹਰੇ ਜਾਣੇ ਵੀ ਨਹੀਂ ਜਾਂਦੇ, ਉਹ ਵੀ ਚਿਹਰੇ ਜਾਣਨ ਲੱਗਣਗੇ। ਮੈਂ ਅਖੀਰ ਫਿਰ ਕਹਿਣਾ ਚਾਹੁੰਦਾ ਕਿ ਮਿਸ਼ਨ ਐਮਐਸਪੀ 2024 ਤੇ ਮਿਸ਼ਨ ਕਰਜ਼ਾ ਮੁਕਤੀ 2024 ਇਹ ਅੰਦੋਲਨ ਇਹਨਾਂ ਲੀਹਾਂ ਤੇ ਅਗਰ ਦੋ ਉਹਨਾਂ ਤੇ ਚੱਲਦਾ ਤਾਂ ਉਹਦੇ ਵਿੱਚ ਕਈ ਚਿਹਰੇ ਨਵੇਂ ਵੀ ਉੱਪਰ ਕੇ ਆਉਣਗੇ, ਕਈ ਪੁਰਾਣੇ ਚਿਹਰੇ ਹੋਣਗੇ, ਤੇ ਹੋ ਸਕਦਾ ਕਈ ਪੁਰਾਣੇ ਚਿਹਰੇ ਜਿਹੜੇ ਪਿੱਛੇ ਤੇ ਨੇ ਫਿਰ ਅੱਗੇ ਜੁਆਇਨ ਔਰ ਅੰਦੋਲਨ ਹੈ ਜਿਹੜਾ ਕਾਮਯਾਬੀ ਵੱਲ। ਚਲੋ ਬਹੁਤ ਧੰਨਵਾਦ ਡਾਕਟਰ ਦਰਸ਼ਨਪਾਲ। ਡਾਕਟਰ ਦਰਸ਼ਨਪਾਲ ਹਰਨ ਦੇ ਟਵਿੱਟਰ ਹੈਂਡਲ ਤੇ ਲਿਖਿਆ ਹੋਇਆ ਜਨਵਰੀ 5 ਵਿੱਚ ਇਹਨਾਂ ਨੇ ਲਿਖਿਆ ਸੀ, ਅਸੀਂ ਤਾਂ ਖੋਣੀ ਹੈ ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ, ਅਸੀਂ ਟੋਣਾ ਹੈ ਜ਼ੋਰ ਖੂਨ ਲਿਬੜੇ ਹੱਥਾਂ ਦਾ, ਉਹਨਾਂ ਨੂੰ ਭਲੇ ਲੱਗਣ ਲਈ ਅਸੀਂ ਹੁਣ ਵੈਨ ਨਹੀਂ ਪਾਉਣੇ, ਪਾਸ਼ ਨੇ ਕਿਹਾ। ਤੇ ਡਾਕਟਰ ਦਰਸ਼ਨਪਾਲ ਤੁਹਾਡਾ ਬਹੁਤ ਧੰਨਵਾਦ ਇਸ ਸਾਰੇ ਨੁਕਤਿਆਂ ਦੇ ਸਾਡੇ ਨਾਲ ਸਾਂਝੇ ਕਰਨ ਦੇ ਲਈ। ਇਹ ਸਨ ਡਾਕਟਰ ਦਰਸ਼ਨਪਾਲ ਜਿਨ੍ਹਾਂ ਤੋਂ ਸਾਰੇ ਸਵਾਲ ਜਵਾਬ ਲੈਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਤੇ ਸੰਯੁਕਤ ਕਿਸਾਨ ਮੋਰਚਾ ਅੱਜ ਕਿੱਥੇ ਖੜਾ ਹੈ, ਸੰਯੁਕਤ ਕਿਸਾਨ ਮੋਰਚਾ ਤੇ ਸਵਾਲ ਕਿਹੜੇ ਹੈਗੇ ਆ, ਐਮਐਸਪੀ ਕਮੇਟੀ ਤੇ ਸਵਾਲ ਕਿਹੜੇ ਆ, ਉਹ ਸਾਰੇ ਸਵਾਲਾਂ ਦੇ ਜਵਾਬ ਲਏ ਆ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰੀ ਕਲੈਰੀਫਿਕੇਸ਼ਨ, ਤੁਹਾਨੂੰ ਸਾਰੀ ਸਪਸ਼ਟਤਾ ਇਸ ਸਵਾਲ ਜਵਾਬ ਦੇ ਵਿੱਚ ਜ਼ਰੂਰ ਮਿਲ ਗਈ ਹੋਊਗੀ। ਤੇ ਇਹਨਾਂ ਜਿਹੜੇ ਸੱਦੇ ਦਿੱਤੇ ਆ ਮਿਸਟਰ ਰਾਜੇਵਾਲ ਹਰਾਂ ਨੂੰ ਤੇ ਬਾਕੀਆਂ ਨੂੰ ਕਿਹਾ ਕਿ ਤੁਸੀਂ ਅੰਦੋਲਨ ਤੋੜੋ ਨਾ, ਉਹ ਅਪੀਲ ਕਿੰਨੀ ਸੁਣਦੇ ਆ। ਸਰਕਾਰ ਨੇ ਜਿਹੜੀ ਮੰਗ ਰੱਖੀ ਹੈ ਕੇਂਦਰ ਸਰਕਾਰ ਦੇ ਅੱਗੇ, ਸੂਬਾ ਸਰਕਾਰ ਨੇ, ਤੇ ਸੂਬਾ ਸਰਕਾਰ ਆਪਣੇ ਜਿਹੜੇ ਨੁਕਤੇ ਹੈਗੇ ਉਹਨਾਂ ਵਿੱਚ ਕਿੰਨਾ ਸੁਧਾਰ ਕਰਦੀ ਹੈ। ਬਹੁਤ ਸਾਰੇ ਸਵਾਲ ਬਾਕੀ ਹੈ, ਅਜੇ ਅੰਦੋਲਨ ਸ਼ੁਰੂ ਹੋਣਾ ਤੇ ਕਿਸਾਨ ਕਹਿੰਦੇ ਆ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਹਟਾਂਗੇ। ਬਹੁਤ ਧੰਨਵਾਦ।